ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਭਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੋ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸਤਿਗੁਰੂ ਜੀ ਦੀ ਰਹਿਮਤ ਹੋਈ ਹੈ। ਆਪਨੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਦੀ ਪਾਵਨ ਸਨਾਂ ਤੋਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਗੁਰਬਾਣੀ ਦੀ ਕਥਾ ਦੇ ਵਿੱਚ ਆਪਦੇ ਮਨ ਦੀਆਂ ਬਿਰਤੀਆਂ ਨੂੰ ਜੋੜੋ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਉਹਨਾਂ ਦੀ ਸ਼ਰਧਾ ਵੇਖੋ। ਹਰ ਹਰ ਸਰਦਾ ਸੇਜ ਵਛਾਈ, ਪ੍ਰਭ ਛੋੜ ਨ ਸਕੈ ਬਹੁਤ ਮਨ ਭਈਆ। ਮਹਾਰਾਜ ਦਾ ਇੰਨਾ ਪਿਆਰ ਹੈ ਗੁਰੂ ਘਰ ਦੇ ਨਾਲ। ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਦੀ ਪ੍ਰਾਪਤੀ ਵਾਸਤੇ ਸ਼ਰਧਾ ਦੀ ਸੇਜ ਵਿਛਾਉਣਾ ਕੀਤੀ ਹੈ। ਹੁਣ ਮੈਂ ਪ੍ਰਭੂ ਪਤੀ ਨੂੰ ਛੱਡ ਨਹੀਂ ਸਕਦੀ, ਕਿਉਂਕਿ ਹਰੀ ਮੇਰੇ ਮਨ 'ਚ ਬਹੁਤ ਚੰਗਾ ਲੱਗ ਆਇਆ ਹੈ। ਭਾਵ ਕਿ ਮਹਾਰਾਜ ਇੱਕ ਖਿਣ ਮਾਤਰ ਵੀ ਵਾਹਿਗੁਰੂ ਜੀ ਦੇ ਨਾਮ ਤੋਂ ਬਾਣੀ ਤੋਂ ਬਗੈਰ ਰਹਿਣਾ ਪਸੰਦ ਨਹੀਂ ਕਰਦੇ। ਪਰ ਸਾਡੀ ਹਾਲਤ ਕੈਸੀ ਹੈ? ਕਹਿ ਪ੍ਰਭ ਅਵਰ ਅਵਰ ਕਿਛ ਕੀਜੈ। ਪਰਮਾਤਮਾ ਪਤੀ ਆਖਦਾ ਕੁਝ ਹੋਰ ਹੈ, ਪਰ ਜੀਵ ਹੋਰ ਹੀ ਹੋਰ ਕਰੀ ਜਾਂਦੇ ਨੇ। ਭਾਵ ਪਰਮਾਤਮਾ ਗੁਨਾਹਾਂ ਨੂੰ ਤਿਆਗਣ ਵਾਸਤੇ ਆਖਦਾ ਹੈ, ਪਰ ਜੀਵ ਗੁਨਾਹਾਂ ਦੇ ਵਿੱਚ ਗਰਸੀ ਜਾ ਰਿਹਾ ਹੈ। ਇਸ ਲਈ ਸਭ ਬਾਦ ਸੀਗਾਰ ਫੋਕਟ ਫੋਕਟਈਆ। ਸਾਰੇ ਜਪ ਤਪ ਆਦਿਕ ਸਾਧਨਾ ਰੂਪ ਸ਼ਿੰਗਾਰ ਵਿਅਰਥ ਨੇ, ਨਿਸਫਲ ਨੇ। ਉਹਦੇ ਕਰਮ ਵੀ ਨਿਸਫਲ ਨੇ, ਸਰੀਰ ਵੀ ਫੋਕਟ ਨਿਸਫਲ ਹੀ ਹੈ। ਜਹੇ ਆਏ ਜਹੇ ਨਾ ਆਏ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ। ਮਹਾਰਾਜ ਕਹਿੰਦੇ ਨੇ, ਇਹ ਸਰੀਰਾ ਮੇਰੇ ਇਸ ਜਗ ਮੇਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੇਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਹਰ ਸੇਤੀ ਚਿਤ ਲਾਇਆ। ਇਹ ਸਰੀਰ ਦੀ ਸਫਲਤਾ ਵਾਹਿਗੁਰੂ ਦੇ ਪਿਆਰ ਦੇ ਨਾਲ ਹੈ। ਨਹੀਂ ਤਾਂ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤਨ ਬਿਰੂ ਨਾ ਉਪਜੈ ਸੋ ਤਨ ਜਾਣ ਮਸਾਨ। ਮਸਾਨ ਭੂਮੀ ਜਾਊਗਾ। ਜਿੰਨਾ ਜਪ ਤਪ ਸਾਧਨਾ ਦਾ ਸ਼ਿੰਗਾਰ ਹੈ ਬਿਲਕੁਲ ਵਿਅਰਥ ਹੈ ਜੀ ਪਿਆਰ ਨਹੀਂ ਹੈ। ਸਾਚ ਕਹੂੰ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕੀਓ ਸਿਗਾਰ ਮਿਲਣ ਕੈ ਤਾਈ। ਇਹ ਸਖੀ ਪ੍ਰਭੂ ਪਤੀ ਨਾਲ ਮਿਲਣ ਦੇ ਵਾਸਤੇ ਸਾਧਨਾ ਰੂਪੀ ਜਪ ਤਪ ਰੂਪੀ ਸ਼ਿੰਗਾਰ ਕੀਤਾ ਤਾਂ ਹੈ, ਪਰ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਰੱਬ ਨੂੰ ਸ਼ਿੰਗਾਰ ਨਹੀਂ ਚਾਹੀਦਾ, ਉਹਨੂੰ ਤਾਂ ਗੁਣ ਚਾਹੀਦੇ ਨੇ ਜੋ ਮਹਾਤਮਾ ਵਿੱਚ ਹਨ। ਉਹ ਮਹਾਤਮਾ ਰੂਪ ਸੁਹਾਗਵੰਤੀਆਂ ਨੇ ਹੀ ਪਰਮੇਸ਼ਰ ਪ੍ਰਤੀ ਨੂੰ ਲੈਣਾ ਕੀਤਾ ਹੈ ਜਾਂ ਉਹਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਤੇ ਮਨਮੁਖ ਰੂਪ ਦੁਹਾਗਣਾ ਦੇ ਮੂੰਹ ਦੇ ਉੱਪਰ ਲਾਹਣਤਾ ਰੂਪੀ ਥੁੱਕ ਹੀ ਪੈਂਦਾ ਹੈ। ਦਿਨ ਰਾਤ ਉਹਨਾਂ ਨੂੰ ਲਾਹਣਤਾਂ ਪੈਂਦੀਆਂ ਨੇ।
ਇਸ ਲਈ ਬੇਨਤੀਆਂ ਕਰੀਏ ਆਪਣਾ ਆਪ ਬਖਸ਼ਾਉਣ ਲਈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਈਏ, ਆਖੀਏ ਹਮ ਚੇਰੀ ਤੂੰ ਅਗਮ ਗੋਸਾਈ। ਇਹ ਪ੍ਰਮਾਤਮਾ ਅਸੀਂ ਤੇਰੀਆਂ ਦਾਸੀਆਂ ਦੀ ਨਿਆਈ ਹਾਂ ਤੇ ਤੂੰ ਗਮਤਾ ਤੂੰ ਰਹਿਤ ਸਾਡਾ ਮਾਲਕ ਹੈ। ਯਾ ਹਮ ਕਰ ਹੈ ਤੇਰੇ ਵਸ ਪਈਆ। ਅਸੀਂ ਕੀ ਕਰ ਸਕਦੀਆਂ, ਅਸੀਂ ਤਾਂ ਤੇਰੇ ਅਧੀਨ ਹੋਈਆਂ ਪਈਆਂ ਹਾਂ। ਦਇਆ ਦੀਨ ਕਰਹੁ ਰਖ ਲੇਵੋ। ਇਹ ਪ੍ਰਮਾਤਮਾ ਮੈਂ ਗਰੀਬ ਹਾਂ ਤੇ ਮੇਰੇ ਤੇ ਆਪ ਦੀ ਮਿਹਰ ਦਇਆ ਕਰੋ ਤੇ ਸੰਸਾਰ ਸਮੁੰਦਰ 'ਚ ਡੁੱਬਣ ਤੋਂ ਬਚਾ ਕੇ ਸਾਨੂੰ ਰੱਖ ਲਵੋ ਜੀ। ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਣ ਤੇਰਾ ਦਰਬਾਰ। ਜਿਉ ਭਾਵੈ ਤਿਉ ਰਾਖ ਲੈ ਹਮ ਸਰਣ ਪ੍ਰਭ ਆਏ ਰਾਮ ਰਾਜੇ। ਨਾਨਕ ਹਰ ਗੁਰ ਸਰਣ ਸਮਈਆ। ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਕਿ ਵੱਡੇ ਪ੍ਰਭੂ ਹੇ ਹਰੀ ਤੇਰੇ ਸਰੂਪ ਗੁਰੂ ਜੀ ਦੀ ਓਟ ਦੇ ਵਿੱਚ ਅਸੀਂ ਸਮਾਏ ਹੋਏ ਹਾਂ। ਭਾਵ ਮਹਾਰਾਜ ਜੀ ਦੀ ਓਟ ਦੇ ਵਿੱਚ ਪੈਣ ਦੀ ਆਗਿਆ ਹੈ। ਤੇਰੀ ਸ਼ਰਨ ਮੇਰੇ ਦੀਨ ਦਇਆਲਾ। ਤੇਰੀ ਓਟ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਇਹ ਮਹਾਰਾਜ ਕਿਰਪਾ ਕਰੋ, ਰੱਖੋ ਸਰਮ ਅਸਾੜੀ ਜੀਓ। ਸਾਨੂੰ ਆਪ ਦੀ ਸ਼ਰਨ 'ਚ ਰੱਖਣਾ ਕਰੋ ਜੀ। ਸਾਨੂੰ ਤਾਂ ਤੇਰੀ ਹੀ ਓਟ ਹੈ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਇਉਂ ਅੰਮ੍ਰਿਤ ਵੇਲੇ ਗੁਰੂ ਘਰ ਆਈਏ ਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ। ਪਿਆਰ ਸਤਿਕਾਰ ਨਾਲ ਗੁਰੂ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਂਦਿਆਂ ਹੋਇਆਂ ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਈ ਜੀਓ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਆਓ ਹਾਜ਼ਰੀ ਲਵਾਓ, ਰਸਨਾ ਦੀ ਪਵਿੱਤਰਤਾ ਲਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੁਰੰਕ ਨਾਦੈ ਨੇਹੋ। ਇਹ ਪਾਵਨ ਸ਼ਬਦ ਕੱਲ ਪ੍ਰਾਰੰਭ ਹੋਇਆ ਸੀ। ਇਸ ਦੀਆਂ 8 ਜੋ ਪੌੜੀਆਂ ਸਨ ਉਹਦੀ ਕਥਾ ਆਪਣੇ ਸਰਵਣ ਕੀਤੀ ਹੈ। ਹੁਣ ਇਹ 9ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਪਾਸ਼ਾ ਫਰਮਾਉਂਦੇ ਹਨ, ਕੁਰੰਕ ਨਾਦੈ ਨੇਹੋ। ਸਤਿਗੁਰੂ ਸ੍ਰੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਉਹ ਆਪਣਾ ਪਿਆਰ ਵਾਹਿਗੁਰੂ ਜੀ ਨਾਲ ਜਣਾਉਂਦੇ ਨੇ ਕਿ ਜਿਵੇਂ ਹਰਨ ਦਾ ਕੰਡੇ ਹੇੜੇ ਦੀ ਆਵਾਜ਼ ਨਾਲ ਪ੍ਰੇਮ ਹੁੰਦਾ ਹੈ। ਜਿਹੜੇ ਹਰਨ ਨੂੰ ਪਕੜਨ ਵਾਲੇ ਹਨ ਉਹ ਕੀ ਕਰਦੇ ਨੇ, ਇੱਕ ਮਿੱਟੀ ਦਾ ਘੜਾ ਲੈ ਕੇ ਉਹਦੇ ਵਿੱਚ ਮੋਰੀਆਂ ਕੱਢ ਲੈਂਦੇ ਹਨ। ਮਿੱਟੀ ਦਾ ਪੱਕਾ ਹੋਇਆ ਘੜਾ ਲੈ ਕੇ ਉਹਦੇ 'ਚ ਮੋਰੀਆਂ ਕੱਢ ਲੈਂਦੇ ਨੇ। ਉਹਦੇ 'ਤੇ ਕਹਿਣ ਦੀ ਥਾਲੀ ਮੁੱਧੀ ਮਾਰ ਕੇ ਤੇ ਡੰਡਿਆਂ ਦੇ ਨਾਲ ਖੜਕਾਉਂਦੇ ਨੇ। ਜਿਹੜੀ ਆਵਾਜ਼ ਉਹਦੇ ਵਿੱਚ ਆਉਂਦੀ ਹੈ ਤੇ ਰਾਤ ਦੇ ਹਨੇਰੇ ਵਿੱਚ ਉਹ ਘੜੇ ਅੰਦਰ ਦੀਵਾ ਜਗਾ ਲੈਂਦੇ ਨੇ। ਉਹ ਮੋਰੀਆਂ ਦੇ ਥਾਣੀ ਲਾਈਟਾਂ ਬਾਹਰ ਆਉਂਦੀਆਂ ਨੇ ਤੇ ਕਹਿਣ ਦੀ ਥਾਲੀ ਦੀ ਜਦ ਆਵਾਜ਼ ਆਉਂਦੀ ਹੈ ਤਾਂ ਉਸ ਵਕਤ ਜਿਹੜਾ ਹਰਨ ਹੈ ਆਵਾਜ਼ ਵੱਲ ਖਿੱਚਿਆ ਭੱਜਾ ਆਉਂਦਾ ਹੈ। ਦੂਰੋਂ ਲਾਈਟਾਂ ਚਮਕਦੀਆਂ ਦੇਖਦਾ ਤੇ ਉਹ ਮੋਹਿਤ ਹੋ ਜਾਂਦਾ। ਆ ਕੇ ਜਿੱਥੇ ਆਵਾਜ਼ ਆਉਂਦੀ ਹੈ ਉਹਦੇ ਅੱਗੇ ਸਿਰ ਸੁੱਟ ਕੇ ਖਲੋ ਜਾਂਦਾ। ਸ਼ਿਕਾਰੀ ਦੀ ਮਰਜ਼ੀ ਹੈ ਕਿ ਉਹਨੂੰ ਜਿਉਂਦਾ ਫੜ ਲਏ ਕਿ ਜਾਂ ਉਹਨੂੰ ਮਾਰ ਕੇ ਕਾਬੂ ਕਰ ਲਵੇ। ਇਉਂ ਜਿਹੜਾ ਹਰਨ ਹੈ ਕੰਡੇ ਹੇੜੇ ਦੀ ਆਵਾਜ਼ ਨਾਲ ਪ੍ਰੇਮ ਕਰਦਾ ਹੈ। ਇਸੇ ਤਰ੍ਹਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਾਡਾ ਚਿੱਤ ਰੂਪੀ ਹਰਨ ਹੈ, ਜਦੋਂ ਤੇਰੀ ਗੁਰਬਾਣੀ ਦੀ ਆਵਾਜ਼ ਸੁਣਦਾ, ਆਸਾ ਦੀ ਵਾਰ ਵਾਹਿਗੁਰੂ ਬਾਣੀ ਦਾ ਨਿਤਨੇਮ, ਉਸੇ ਵਕਤ ਗੁਰੂ ਘਰ ਵੱਲ ਭੱਜਾ ਆਉਂਦਾ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰੇ ਅੰਤਰ ਬੇਦਨ ਗੁਰ ਬਿਰਹੁ ਲਗਾਵੇ। ਮੈਂ ਗੁਰੂ ਮਹਾਰਾਜ ਤੋਂ ਬਗੈਰ ਸੋ ਸ਼ਾਂਤੀ ਦੀ ਨੀਂਦ ਨਹੀਂ ਸੌਂ ਸਕਦਾ। ਇਉਂ ਆਪ ਦੀ ਨੀਂਦ ਨੂੰ ਅੰਮ੍ਰਿਤ ਵੇਲੇ
ਗੁਰਮੁਖ ਤਿਆਗ ਦਿੰਦੇ ਹਨ। ਚਾਤ੍ਰਿਕ ਚਾਹਤ ਮੇਹ, ਪਿੰਨੀ ਰਨੜੀਐ ਚਾ ਮੱਖਣ ਤਾਰੇ, ਜਾਗੇ ਸੰਤ ਜਨਾ ਮੇਰੇ RAM ਪਿਆਰੇ। RAM ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨੰਦਿਨੋ। ਜਿਵੇਂ ਚਾਤ੍ਰਿਕ ਬਬੀਆ ਮੇਹੋਂ ਬਦਲਾਂ ਦੇ ਵਿੱਚੋਂ ਸਵੰਤੀ ਬੂੰਦ ਨੂੰ ਚਾਹੁੰਦਾ ਹੈ, ਤਿਵੇਂ ਸਾਡਾ ਚਿਤਰੂ ਬਬੀਆ ਗੁਰੂ ਰੂਪੀ ਬਦਲ ਤੋਂ ਅਭੇਦਤਾ ਰੂਪ ਸਵੰਤੀ ਬੂੰਦ ਚਾਹੁੰਦਾ ਹੈ। ਜਨ ਜੀਵਨਾ ਸਤ ਸੰਗ, ਤਿਵੇਂ ਹੀ ਸਾਡੇ ਜਨਮ ਦਾ ਸਤਸੰਗ ਦੇ ਵਿੱਚ ਜਿਉਣਾ ਹੁੰਦਾ ਹੈ। ਇਹ ਵਾਹਿਗੁਰੂ ਜੀਵਨਾ ਹਰ ਜੀਵਨਾ, ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਨਾਮ ਜਪ ਕਰਕੇ ਹੀ ਜਨ ਦਾ ਜੀਵਣਾ ਹੁੰਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਮਰਨੰ ਬਿਸਰਨ ਗੋਬਿੰਦ, ਜੀਵਨੰ ਹਰ ਨਾਮ ਧਿਆਵਨ। ਗੋਬਿੰਦ ਭਜਨਾ ਰੰਗ, ਇਹ ਪਰਮਾਤਮਾ ਸਾਨੂੰ ਤੇਰੇ ਭਜਨ ਸਿਮਰਨ ਦਾ ਰੰਗ ਪ੍ਰੇਮ ਲੱਗਾ ਹੋਇਆ ਹੈ। ਰਸਨਾ ਬਖਾਨੈ ਨਾਮ, ਇਹ ਪਰਮਾਤਮਾ ਜੋ ਸਾਡੀ ਰਸਨਾ ਜ਼ਬਾਨ ਹੈ, ਤੇਰੇ ਵਾਹਿਗੁਰੂ ਨਾਮ ਨੂੰ ਉਚਾਰਨ ਕਰਦੀ ਰਹਿੰਦੀ ਹੈ। ਨਾਨਕ ਦਰਸ਼ਨ ਦਾਨ, ਸਤਿਗੁਰੂ ਮਹਾਰਾਜ ਫਰਮਾਉਂਦੇ ਕਿ हे ਪ੍ਰਮਾਤਮਾ ਤੂੰ ਕਿਰਪਾ ਕਰ, ਸਾਨੂੰ ਆਪਣੀ ਦਰਸ਼ਨਾਂ ਦਾ ਦਾਨ ਦੇਣਾ ਕਰ। ਗੁਣ ਗਾਏ ਸੁਣ ਲਿਖ ਦੇ, ਜੋ ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦਾ, ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਦਾ ਤੇ ਕਿਸੇ ਨੂੰ ਲਿਖ ਕੇ ਦਿੰਦਾ ਹੈ ਜਾਂ ਹਿਰਦੇ ਦੇ ਵਿੱਚ ਲਿਖ ਦਿੰਦਾ, ਉਹ ਕਰ ਦਿੰਦਾ ਹੈ। ਸੋ ਸਰਬ ਫਲ ਹਰ ਲੇ, ਉਹ ਧਰਮ ਅਰਥ ਕਾਮ ਰੂਪ ਮੋਖ ਰੂਪ ਸਾਰੇ ਫਲ ਹਰੀ ਪ੍ਰਮਾਤਮਾ ਦੇ ਪਾਸੋਂ ਲੈ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਤੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੀ ਹਉਮੈ ਛੋਰੈ। ਜੇ ਕੋ ਜਨਮ ਮਰਨ ਦੀ ਡਰੈ, ਸਾਧ ਜਨਾਂ ਕੀ ਸਰਣੀ ਭਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸੈ, ਨਾਨਕ ਤਾਂਕੈ ਬਲ ਬਲ ਜਾਸਾ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਧਾਤਾ। ਵਿਧਾਤਾ ਫਲ ਪ੍ਰਦਾਤਾ ਵਾਹਿਗੁਰੂ ਜੀ ਨੂੰ ਯਾਦ ਕਰਕੇ ਸਿਮਰ ਕਰਕੇ ਸਾਡੀ ਸਾਰੀ ਮਨੋਕਾਮਨਾ ਸੰਪੂਰਨ ਹੋ ਗਈ ਹੈ। ਪਰ ਸਾਡੇ ਵਿੱਚ ਇਹ ਕਮੀ ਹੈ ਕਿ ਆਪਾਂ ਰੈਡੀਮੇਡ ਸੁਭਾਅ ਹੋਣ ਕਰਕੇ ਕੀਤੀ ਕਰਾਈ ਕਮਾਈ ਲੱਭਦੇ ਹਾਂ ਕਿ ਪਾਠ ਸੁਖਮਨੀ ਸਾਹਿਬ ਦਾ ਕੋਈ ਹੋਰ ਕਰੇ ਤੇ ਪਦਾਰਥ ਸਾਡੇ ਘਰ ਆ ਜਾਣ ਤੇ ਸਭ ਕੁਝ ਸਾਨੂੰ ਪ੍ਰਾਪਤ ਹੋ ਜਾਏ। ਬੰਦਗੀ ਕੋਈ ਹੋਰ ਕਰੇ, ਨਾਮ ਕੋਈ ਹੋਰ ਜਪੇ। ਮਤਲਬ ਜਿਹੜੇ ਸੰਤ ਨੇ ਸਾਧੂ ਨੇ ਉਹ ਤਾਂ ਆਪਦੇ ਭਲੇ ਵਾਸਤੇ ਨਾਮ ਜਪਦੇ ਨੇ, ਤੇ ਸਾਡੀ ਕਾਮਨਾ ਹੁੰਦੀ ਹੈ ਵੀ ਸੰਤ ਨਾਮ ਜਪਦਾ ਰਹੇ, ਬਾਣੀ ਪੜ੍ਹਦਾ ਰਹੇ ਤੇ ਅਰਦਾਸ ਸਾਡੀ ਕਰਦੇ। ਤੁਸੀਂ ਦੱਸੋ ਬਈ ਕੁਛ ਇਸ ਤਰ੍ਹਾਂ ਹੋ ਸਕਦਾ? ਭਾਂਡੇ ਆਪਾਂ ਕਿਸੇ ਕੋ ਮੰਜਾ ਸਕਦੇ ਹਾਂ, ਕੱਪੜੇ ਧਵਾ ਸਕਦੇ ਹਾਂ, ਰੋਟੀ ਪਕਵਾ ਸਕਦੇ ਹਾਂ, ਪੈਸੇ ਦੇ ਕੇ ਸਭ ਕੁਝ ਮਿਲ ਜਾਂਦਾ। ਪਰ ਮੈਨੂੰ ਮਾਫ ਕਰਨਾ, ਮੁਕਤੀ ਵਾਸਤੇ ਭਲੇ ਵਾਸਤੇ ਜੇ ਕੁਝ ਲੈਣਾ ਹੋਵੇ ਤੇ ਸ਼ਰਧਾ ਭਾਵਨਾ ਦਾ ਇਜ਼ਹਾਰ ਕਰਨਾ ਪੈਂਦਾ ਹੈ। ਜੋ ਸ੍ਰੀ ਸਹਿਜ ਪਾਠ ਜਾਂ ਅਖੰਡ ਪਾਠ ਦੀ ਮਰਜ਼ਾਦਾ ਹੈ, ਉਹਦੇ ਵਿੱਚ ਇਹ ਨਿਯਮ ਹੈ ਕਿ ਇਨਸਾਨ ਸੇਵਾ ਕਰੇ, ਹਾਜ਼ਰੀ ਭਰੇ, ਵੱਧ ਤੋਂ ਵੱਧ ਸਮਾਂ ਚੌਂਕੜਾ ਮਾਰ ਕੇ ਗੁਰਬਾਣੀ ਨੂੰ ਸਰਵਣ ਕਰੇ। ਗੱਲ ਤਾਂ ਪਿਆਰ ਦੀ ਹੈ, ਸ਼ਰਧਾ ਦੀ ਹੈ। ਤੇ ਜੇ ਆਪਾਂ ਆਖੀਏ ਵੀ ਪੈਸੇ ਨਾਲ ਰੱਬ ਖਰੀਦਿਆ ਜਾਂਦਾ ਤਾਂ ਕਬੀਰ ਜੀ ਕਹਿੰਦੇ, ਕਬੀਰ ਕੰਚਨ ਸਿਉ ਪਾਈਆ ਨਹੀਂ ਤੋੜ, ਮਨ ਦੀ ਰਾਮ ਲਿਆ ਹੈ ਮੋਲ। ਤੁਸੀਂ ਭਾਵੇਂ ਸੋਨਾ ਲੈ ਕੇ ਕਿਲੋ ਸੋਨਾ ਲੈ ਆਓ, ਕੁਛ ਨਹੀਂ ਮਿਲਣ ਵਾਲਾ ਹੈ ਜਿੰਨਾ ਚਿਰ ਸ਼ਰਧਾ ਪਿਆਰ ਤੇ ਮਹਾਰਾਜ ਦੇ ਨਾਲ ਥੋੜ੍ਹਾ ਬਹੁਤਾ ਲਗਾਵ ਨਹੀਂ ਹੈ। ਠੀਕ ਹੈ ਕਿ ਅਸੀਂ ਮਤਲਬੀ ਹਾਂ, ਸੈਲਫਿਸ਼ ਹਾਂ, ਪਰ 100% ਨਹੀਂ।
ਜੇ 80% ਸਾਡਾ ਮਤਲਬ ਹੈ ਤੇ 20% ਪਿਆਰ ਹੋਊਗਾ ਤਾਂ ਮਹਾਰਾਜ ਸਾਡੀ ਅਰਦਾਸ ਸੁਣੇਗਾ। ਤੇ ਜੇ ਆਪਾਂ ਆਖੀਏ ਕਿ ਆਪਾਂ ਮਾਇਆ ਦੇ ਨਾਲ ਸਭ ਕੁਝ ਪ੍ਰਾਪਤ ਕਰ ਲਈਏ, ਇੰਜ ਕੁਝ ਵੀ ਹੋਣ ਵਾਲਾ ਨਹੀਂ ਹੈ। ਮਹਾਰਾਜ ਦਿੰਦਾ ਸਭਨਾਂ ਨੂੰ ਹੈ, ਬਿਨਾਂ ਮੰਗਣ ਤੋਂ ਬਖਸ਼ਦਾ ਹੈ, ਤੇ ਪਰ ਉਹਦੇ ਨਾਲ ਸ਼ਰਧਾ ਰੱਖਣ ਦੀ, ਪਿਆਰ ਰੱਖਣ ਦੀ ਗੁਰੂ ਸਾਹਿਬ ਦੀ ਆਗਿਆ ਹੈ ਕਿ ਭਾਈ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ। ਸਾਧ ਜਨਾਂ ਦਾ ਮਤਲਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਸੰਗਤ ਦੀ ਸੇਵਾ ਦੇ ਵਿੱਚ ਜੁੜ ਜਾਏ। ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ ਨੇ ਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਡੀ ਗੋਦ ਹਰੀ ਹੋਵੇ। ਤੇ ਸਾਹਿਬਾਂ ਨੇ ਮਾਤਾ ਅਜੀਤ ਕੌਰ ਨੂੰ ਆਖਿਆ ਸੀ ਕਿ ਆਪ ਦੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਤੇ ਸੰਗਤਾਂ ਸਾਧੂਆਂ ਨੂੰ ਆਪ ਛਕਾਉਣ ਦੀ ਸੇਵਾ ਕਰੋ। ਤਾਂ ਮਾਤਾ ਜੀ ਦੀ ਕਾਮਨਾ ਪੂਰੀ ਹੋਈ। ਇੰਜ ਸੋ ਮਹਾਰਾਜ ਨੇ ਆਖਿਆ ਕਿ ਕਲੋ ਮਸਾਜਨੀ ਕਿਆ ਸਦਾਈਐ, ਹਿਰਦੇ ਹੀ ਲਿਖ ਲਿਓ। ਕਲਮ ਤੇ ਦਵਾਤ ਭਲਾ ਕੀ ਸਦਾਉਣੀ ਹੈ, ਕੀ ਮੰਗਾਉਣੀ ਹੈ? ਤੁਸੀਂ ਪ੍ਰੇਮ ਦੀ ਕਲਮ ਲੈ ਕੇ ਤੇ ਸ਼ਰਧਾ ਦੀ ਸਿਆਹੀ ਲੈ ਕੇ ਆਪ ਦੇ ਹਿਰਦੇ ਰੂਪੀ ਕਾਗਜ਼ ਦੇ ਉੱਪਰ ਕੀ ਲਿਖਣਾ ਹੈ? ਮੇਰੀ ਪਟੀਆ ਲਿਖਦੇ ਹੋ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਪਟੀਆ ਲਿਖਦੇ ਹੋ ਸ੍ਰੀ ਗੋਪਾਲ, ਸ੍ਰੀ ਗੋਪਾਲ ਦਾ ਨਾਮ ਲਿਖਣਾ, ਮਤਲਬ ਹਿਰਦੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਹੋਣਾ ਚਾਹੀਦਾ ਤੇ ਹੱਥੀਂ ਸੇਵਾ ਹੋਣੀ ਚਾਹੀਦੀ। ਪਾਤਸ਼ਾਹ ਜੀ ਕਥਨ ਕਰਦੇ, ਗੁਣ ਗਾਏ ਸੁਣ ਲਿਖਦੇ। ਜਿਹੜਾ ਬੰਦਾ ਰੱਬ ਦੇ ਗੁਣਾਂ ਨੂੰ ਕੀਰਤਨ ਰੂਪ 'ਚ ਗਾਉਂਦਾ, ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਦਾ ਤੇ ਕਿਸੇ ਨੂੰ ਲਿਖ ਕੇ, ਪੁਰਾਣਾ ਸਮਾਂ ਸੀਗਾ, ਪ੍ਰੈਸਾਂ ਨਹੀਂ ਸੀ ਹੁੰਦੀਆਂ, ਅੱਜ ਕੱਲ੍ਹ ਵੀ ਲਿਖਣ ਦੀ ਸੇਵਾ ਹੋ ਸਕਦੀ ਹੈ, ਕਿਉਂਕਿ ਕੱਚੇ ਕਾਗਜ਼ ਦੀ ਤਾਂ ਲਿਖਣਾ ਹੀ ਪਊ ਜੇ ਕੰਪਿਊਟਰ 'ਤੇ ਵੀ ਚੜਾਉਣਾ ਹੈ। ਕੰਪਿਊਟਰ ਵਾਲਿਆਂ ਨੂੰ ਕਿਹੜਾ ਪਤਾ ਹੁੰਦਾ, ਲਾਗੇ ਬਹਿਣਾ ਪੈਂਦਾ, ਇੱਥੇ ਸਿਆਰੀ ਪਾਉਣੀ, ਇੱਥੇ ਬਿਆਰੀ ਪਾਉਣੀ, ਇੱਥੇ ਔਂਕੜ ਪਾਉਣਾ, ਫਿਰ ਪ੍ਰੂਫ ਰੀਡਿੰਗ 6-6 7-7 ਵਾਰ ਕਰਨੀ ਪੈਂਦੀ, ਫਿਰ ਵੀ ਗਲਤੀ ਰਹਿ ਜਾਂਦੀ। ਇੰਜ ਜਿਹੜਾ ਲਿਖ ਕੇ ਸੇਵਾ ਨਿਭਾਉਂਦਾ ਹੈ ਸੋ ਸਰਬ ਫਲ ਹਰ ਲੇ, ਜਾਂ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਮੁਕਰ ਦਿੰਦਾ, ਲਿਖ ਦਿੰਦਾ ਤੇ ਸੇਵਾ ਸਿਮਰਨ 'ਚ ਚਿੱਤ ਜੋੜ ਲੈਂਦਾ, ਉਹ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਵਾਹਿਗੁਰੂ ਜੀ ਦੇ ਪਾਸੋਂ ਲੈ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਕੋਈ ਮਨਸਾ ਉਹਦੀ ਅਧੂਰੀ ਨਹੀਂ ਰਹਿੰਦੀ ਹੈ। ਕੁਲ ਸਮੂਹ ਕਰਤ ਉਧਾਰ, ਉਹ ਆਪਣੀਆਂ ਸਾਰੀਆਂ ਪ੍ਰਤੱਖ ਗੁਣਾਂ ਦਾ, ਜੋ ਪਿੱਛੇ ਦਾਦੇ ਪੜਦਾਦੇ ਸਾਡੇ ਚੜ੍ਹਾਈ ਕਰ ਗਏ, ਤੇ ਜਿਹੜਾ ਬਾਲ ਬੱਚਾ ਉਹਨੂੰ ਰੱਬ ਦੇ ਨਾਮ ਵੱਲ ਲਾ ਕੇ ਜਾਂ ਦੇਵੀ ਸੰਪਦਾ ਰੂਪੀ ਕੁਲ ਦਾ ਆਸਰੀ ਸੰਪਦਾ ਤੋਂ ਉਧਾਰ ਕਰ ਲੈਂਦਾ ਹੈ। ਮਹਾਰਾਜ ਨੇ ਆਖਿਆ ਹੈ ਕਿ ਕਹਿਤੇ ਪਵਿੱਤ, ਇੱਕ ਵਾਰ ਤੁਸੀਂ ਕਹਿ ਦੋ ਦੁਬਾਰ ਤੋਂ ਫਿਰ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕੰਨਾਂ 'ਚ ਆਵਾਜ਼ ਨਹੀਂ ਆਈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਸੀਂ ਕਥਾ ਸੁਣਨ ਆਏ ਹੋ ਤੇ ਮੰਮੀ ਤਾਂ ਕੁਝ ਸੁਣਨ ਆਇਆ, ਆਪ ਬੋਲੋਗੇ ਤਾਂ ਹੀ ਮੇਰੇ ਕੰਨ ਪਵਿੱਤਰ ਹੋਣਗੇ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਕਹਿਤੇ ਪਵਿੱਤ, ਜੋ ਰਸਨਾ ਵਾਹਿਗੁਰੂ ਨਾਮ ਕਹਿੰਦੀ ਹੈ, ਬੋਲ ਹਰ ਨਾਮ ਸਫਲ ਸਾਕਰੀ, ਉਹ ਘੜੀ ਸਫਲ ਹੈ ਜਿਸ ਵਕਤ ਹਰੀ ਦਾ ਨਾਮ ਸਾਡੀ ਰਸਨਾ ਬੋਲਦੀ ਹੈ। ਕਹਿਤੇ ਪਵਿੱਤ ਸੁਣਦੇ ਸਭ ਧਨ, ਜਿਹੜੇ ਕੰਨ ਵਾਹਿਗੁਰੂ ਦਾ ਨਾਮ ਸੁਣਦੇ ਨੇ ਉਹ ਧਨ ਹਨ। ਲਿਖਤੀ ਕੁਲ ਤਾਰਿਆ ਜੀਓ, ਕਹਿਣ ਵਾਲੀ ਕੱਲੀ ਰਸਨਾ ਪਵਿੱਤਰ, ਸੁਣਨ ਵਾਲੇ ਦੋ ਕੰਨ ਧਨ ਨੇ। ਮਤਲਬ ਰਸਨਾ ਨੂੰ ਕਹਿਣ ਨਾਲ ਇੱਕ ਫਲ ਮਿਲਿਆ ਤੇ ਸੁਣਨ ਨਾਲ ਕੰਨਾਂ ਨੂੰ ਡਬਲ ਫਲ ਮਿਲ ਗਿਆ। ਜੇ ਤੁਸੀਂ ਆਪ ਬੋਲੀ ਵੀ ਜਾਓ ਸੁਣੀ ਵੀ ਜਾਓ ਫਿਰ ਟ੍ਰਿਪਲ। ਤੇ ਜੇ ਤੁਸੀਂ ਲਿਖ ਕੇ ਸੇਵਾ ਕਰੋਗੇ, ਕਿਉਂਕਿ ਸਭ ਤੋਂ ਜ਼ਿਆਦਾ ਔਖਾ ਕੰਮ ਹੈ ਲਿਖਣ ਦਾ। ਬੰਦਾ ਬੋਲ ਸਕਦਾ ਹੈ, ਪੜ੍ਹ ਸਕਦਾ ਹੈ, ਸੁਣ ਸਕਦਾ, ਪਰ ਲਿਖਣਾ ਬੜਾ ਔਖਾ ਹੈ। ਖਾਸ ਕਰਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਮੈਨੂੰ ਲਿਖ ਕੇ ਦਿਖਾਓ, ਕੋਈ ਲਿਖ ਸਕਦਾ? ਮੈਂ ਤਾਂ ਨਹੀਂ ਲਿਖ ਸਕਦਾ। ਬਲਕਿ ਇੰਨੀ ਉਮਰ ਹੋ ਗਈ ਪੜ੍ਹਦਿਆਂ ਨੂੰ, ਸੁਣਦਿਆਂ ਨੂੰ, ਲਿਖਦਿਆਂ ਨੂੰ। ਸੱਚੀ ਗੱਲ ਜੇ, ਝੂਠ ਨਹੀਂ ਹੈ। ਔਂਕੜ ਕੋਈ ਸਿਹਾਰੀ ਜ਼ਰੂਰੀ ਰਹਿ ਜਾਏਗੀ। ਗੁਰਬਾਣੀ ਲਿਖਣੀ ਬੜੀ ਔਖੀ ਹੈ। ਉਹ ਭਾਈ ਗੁਰਦਾਸ ਸਾਹਿਬ ਵੀ ਸਨ ਜਿਹੜੇ ਗੁਰੂ ਅਰਜਨ ਸਾਹਿਬ ਜੀ ਜ਼ਬਾਨੀ ਬੋਲੀ ਗਏ ਤੇ ਬਿਲਕੁਲ ਲਗਾ ਮਾਤਰਾਂ ਦੇ ਸਹਿਤ, ਕਿਉਂਕਿ ਕਵਿਤਾ ਹੈ, ਇੱਕ ਵੀ ਲਗ ਮਾਤਰ ਇੱਧਰ ਉੱਧਰ ਹੋ ਗਈ। ਜਿਹੜੇ ਔਂਕੜ ਤੇ ਸਿਹਾਰੀ ਹੈ ਲਘੂ ਮਾਤਰਾ, ਬਿਹਾਰੀ ਜਿਹੜੀ ਹੈ, ਬਾਕੀ ਜਿੰਨੀਆਂ ਮਾਤਰਾਂ ਇਹ ਸਾਰੀਆਂ ਦੀਰਘ ਨੇ। ਇੱਕ ਮੁਕਤਾ, ਇੱਕ ਔਂਕੜ ਤੇ ਇੱਕ ਸਿਹਾਰੀ। ਕਈ ਔਂਕੜ ਨਹੀਂ ਬੋਲਦੇ, ਜਿਸ ਤਰ੍ਹਾਂ ਸੋ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ। ਆ ਮਿਸ਼ਨਰੀ ਵਾਲੇ ਕਹਿਣਗੇ ਨਾਨਕ ਪਾਤਸ਼ਾਹੀ ਪਾਤਸ਼ਾਹ, ਇੱਕ ਦੀ ਬਿੰਦੀ ਆਪਣੇ ਕੋਲ ਲਾ ਦੇਣਗੇ, ਇੱਕ ਹਾਹਾ ਮੁਕਤਾ ਬੋਲ ਦੇਣਗੇ, ਔਂਕੜ ਲਾਉਣਗੇ ਹੀ ਨਹੀਂ। ਅਸਲ 'ਚ ਪਾਠ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ, ਇੱਕ ਓੰਕਾਰ ਸਤਿਨਾਮ। ਤੱਤੇ ਨੂੰ ਵੀ ਸਿਹਾਰੀ ਹੈ, ਮੰਮੇ ਨੂੰ ਵੀ ਔਂਕੜ ਹੈ। ਕਦੀ ਆਪਾਂ ਪੜ੍ਹੀ ਹੋਈ ਨਹੀਂ, ਲਿਖਣ ਲੱਗਿਆਂ ਫਿਰ ਯਾਦ ਕਿੱਥੇ ਰਹਿਣਾ, ਕਿਉਂਕਿ ਪੜ੍ਹੀ ਹੋਈ ਨਹੀਂ। ਆਪਾਂ ਸੋਚਦੇ ਵੀ ਸ਼ਾਇਦ ਵਾਧੂ ਲਿਖੀ ਹੋਈ ਹੈ, ਪਰ ਵਾਧੂ ਗੁਰਬਾਣੀ 'ਚ ਇੱਕ ਵੀ ਲਗ ਮਾਤਰ ਬਿੰਦੀ ਤੱਕ ਵੀ ਵਾਧੂ ਨਹੀਂ ਹੈ। ਲਘੂ ਮਾਤਰਾ, ਦੀਰਘ ਮਾਤਰਾ, ਕਿਤੇ ਤਬਲੇ ਵਾਲੇ ਨੂੰ ਜਾਂ ਢੋਲਕੀ ਵਾਲੇ ਨੂੰ ਪੁੱਛ ਕੇ ਦੇਖਿਓ, ਉਹ ਸਾਰੀਆਂ ਮਾਤਰਾਂ ਦੇ ਮੁਤਾਬਕ ਤਾਲ ਵੱਜਦਾ। ਇੱਕ ਮਾਤਰ ਵੀ ਜੇ ਘੱਟ ਵੱਧ ਹੋ ਗਈ ਤਾਂ ਤਾਲ ਟੁੱਟ ਜਾਂਦਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖੋ ਖਖੀ ਔਂਕੜ ਨਿਰਭਉ ਨਿਰਵੈਰੋ ਰਾਰੀ ਔਂਕੜ ਅਕਾਲ ਮੂਰਤ ਤਤੇ ਸਿਆਰੀ ਅਜੂਨੀ ਸੈਭੰ ਗੁਰ ਪ੍ਰਸਾਦ ਦਦੇ ਸਿਆਰੀ ਜਪ ਪਪੀ ਔਂਕੜ ਆਦਿ ਸੱਚ ਤਦੇ ਨੂੰ ਸਿਆਰੀ ਚੱਚੇ ਨੂੰ ਔਂਕੜ ਜੁਗਾਦਿ ਸੱਚ ਦਦੇ ਨੂੰ ਸਿਆਰੀ ਫਿਰ ਸੱਚੇ ਨੂੰ ਚੱਚੇ ਨੂੰ ਔਂਕੜ ਹੈ ਵੀ ਸੱਚ ਚੱਚੇ ਨੂੰ ਔਂਕੜ। ਡੰਡੀਆਂ ਦਾ ਵੀ ਖਿਆਲ ਰੱਖਣਾ ਪੈਂਦਾ ਲਿਖਣ ਲੱਗਿਆਂ। ਨਾਨਕ ਹੋਸੀ ਵੀ ਸੱਚ ਫਿਰ ਸੱਚੇ ਚਾਚੇ ਨੂੰ ਔਂਕੜ। ਇੰਜ ਜਿਹੜਾ ਸ਼ੁੱਧ ਗੁਰਬਾਣੀ ਨੂੰ ਉਚਾਰਦਾ, ਪੜ੍ਹਦਾ ਤੇ ਸਰਵਣ ਕਰਦਾ ਤੇ ਲਿਖਦਾ ਹੈ। ਮਹਾਰਾਜ ਕਹਿੰਦੇ ਕਹਤੇ ਪਵਿੱਤ ਸੁਣਤੇ ਸਭ ਧਨ ਲਿਖਤੀ ਕੋਲ ਤਾਰਿਆ ਜੀਓ। ਉਹਨਾਂ ਕਹਿਣ ਵਾਲਿਆਂ ਨੂੰ ਪਵਿੱਤਰ ਆਖਿਆ, ਸੁਣਨ ਵਾਲਿਆਂ ਨੂੰ ਧਨ ਆਖਿਆ ਹੈ। ਕਹਿਣਾ ਸੌਖਾ, ਸੁਣਨਾ ਔਖਾ ਹੈ, ਤੇ ਉਹਦੇ ਤੋਂ ਕਠਿਨ ਲਿਖਣਾ। ਲਿਖਤੀ ਕੋਲ ਤਾਰਿਆ ਜੀਓ, ਲਿਖਣ ਵਾਲੇ ਦੀਆਂ ਕੋਲਾਂ ਮਹਾਰਾਜ ਤਾਰ ਦਿੰਦਾ ਹੈ। ਸੋ ਇਸ ਤਰ੍ਹਾਂ ਗੁਣ ਗਾਏ ਸੁਣ ਲਿਖਦੇ। ਜਿਹੜਾ ਗੁਣ ਗਾਉਂਦਾ, ਸੁਣਦਾ, ਲਿਖ ਦਿੰਦਾ, ਸੋ ਸਰਬ ਫਲ ਹਰ ਲੈ। ਸੋ ਵਾਹਿਗੁਰੂ ਜੀ ਦੇ ਘਰੋਂ ਸਾਰੇ ਫਲ ਲੈ ਲੈਂਦਾ। ਹਰੀ ਵਾਹਿਗੁਰੂ ਜੀ ਦੇ ਪਾਸੋਂ ਕੁੱਲ ਸਮੂਹ ਕਰਤੀ ਉਧਾਰ। ਆਪਣੀਆਂ ਸਾਰੀਆਂ ਕੁਲਾਂ ਜਾਂ ਦੇਵੀ ਸੰਪਦਾ ਰੂਪੀ ਕੁਲ ਦਾ ਆਸਰੀ ਸੰਪਦਾ ਤੋਂ ਉਧਾਰ ਕਰ ਲੈਂਦਾ ਹੈ। ਸੰਸਾਰ ਉਤਰਸ ਪਾਰ ਹਰ ਸੰਸਾਰ ਰੂਪ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਾਰ ਉਤਰ ਜਾਂਦਾ ਹੈ। ਹਰ ਚਰਨ ਬੋਹਿਤ ਤਾਹੇ ਹਰੀ ਪ੍ਰਮਾਤਮਾ ਦੇ ਚਰਨ ਰੂਪ ਜਹਾਜ਼ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਮਿਲ ਸਾਧ ਸੰਗ ਜਸ ਗਾਹੇ ਜਿਹੜਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਚ ਮਿਲ ਕੇ ਪ੍ਰਭੂ ਦਾ ਜਸ ਕੀਰਤਨ ਗਾਉਣਾ ਕਰਦਾ ਹੈ। ਹਰ ਪੈਜ ਰੱਖੈ ਮੁਰਾਰ ਮੋਰ ਆਦਿਕ ਦੈਂਤਾਂ ਦਾ ਵੈਰੀ ਹਰੀ ਪ੍ਰਭੂ ਜਾਂ ਹੰਕਾਰ ਰੂਪ ਮੁਰ ਦੈਨ ਦਾ ਵੈਰੀ ਪ੍ਰਮਾਤਮਾ ਤਿਸ ਦੀ ਪੈਜ ਇੱਜ਼ਤ ਰੱਖਦਾ ਹੈ। ਹਰ ਨਾਨਕ ਸਰਣ ਦੁਆਰ ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਕਿ ਜੋ ਹਰੀ ਪ੍ਰਮਾਤਮਾ ਦੀ ਸ਼ਰਨ ਹੈ ਉਹ ਰੂਪੀ ਦਰ ਦੇ ਵਿੱਚ ਪਿਆ ਹੈ, ਜਾਂ ਜੋ ਹਰੀ ਦੇ ਸਤ ਸੰਗਤ ਰੂਪ ਦਰ ਦੀ ਸ਼ਰਨ ਵਿੱਚ ਆਇਆ ਹੈ, ਵਾਹਿਗੁਰੂ ਉਸ ਦੀ ਇੱਜ਼ਤ ਰੱਖਦਾ ਹੈ। ਬਿਲਾਵਲ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਦੱਖਣ ਦੇ ਇਲਾਕੇ 'ਚ ਵਿਚਰ ਰਹੇ ਸਨ, ਤਦ ਉੱਥੇ ਇੱਕ ਥਿੱਤਾ ਨਾਮੇ ਪੰਡਤ ਆਇਆ।
ਉਹਨੇ ਸਤਿਗੁਰਾਂ ਤੋਂ ਥਿੱਤਾਂ ਬਾਰੇ ਵਿਚਾਰ ਪੁੱਛੀ। ਥਿੱਤਾ ਮੀਨਿੰਗ ਤਰੀਕਾ। ਉਸ ਸਮੇਂ ਬਿਲਾਵਲ ਰਾਗ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਸ਼ਬਦ ਉਚਾਰਿਆ। ਥਿਤੀ ਘਰ ਦਸਵਾ। ਥਿਤੀ ਗੁਰਬਾਣੀ ਦਾ ਨਾਮ ਹੈ, ਜਾਂ ਥਿਤੀ ਦਾ ਅਰਥ ਹੈ ਤਾਰੀਖਾਂ। ਜਿਸ ਤਰ੍ਹਾਂ ਅੰਗਰੇਜ਼ੀ ਤਰੀਕਾਂ 30 ਹੁੰਦੀਆਂ ਨੇ, ਤੇ ਆ ਹੁਣ ਦਸੰਬਰ ਦਾ ਮਹੀਨਾ ਚੱਲ ਰਿਹਾ। ਅੱਜ 2020 ਜਿਹੜਾ ਈਸਵੀ ਸਨ ਹੈ, ਉਹਦੀ 31 ਤਰੀਕ ਹੈ ਐਂਡ ਦੀ, ਤੇ ਰਾਤ ਦੇ 12 ਵਜੇ ਤੋਂ ਬਾਅਦ 2021 1 ਜਨਵਰੀ ਚੜ੍ਹ ਜਾਣਾ। ਅੱਜ ਸਾਰੀ ਦਿਹਾੜੀ ਗੁਰੂ ਘਰ ਦੇ ਵਿੱਚ ਗੁਰਮਤਿ ਸਮਾਗਮ ਹੋਵੇਗਾ। ਆ ਹੁਣ 10 ਵਜੇ ਪ੍ਰਾਰੰਭ ਹੋ ਜਾਏਗਾ ਤੇ ਰਾਤ ਦੇ 12 ਵਜੇ ਤੱਕ ਚੱਲੂਗਾ। ਤੇ ਉਸ ਤੋਂ ਬਾਅਦ ਫਿਰ ਜਦ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਕੱਲ ਅੰਮ੍ਰਿਤ ਵੇਲੇ 2:30 ਵਜੇ ਤੋਂ ਲੈ ਕੇ ਤੇ ਫਿਰ ਸਾਰੀ ਦਿਹਾੜੀ ਰਾਤ ਦੀ 10 ਵਜੇ ਤੱਕ ਕੱਲ ਵੀ ਗੁਰਮਤਿ ਸਮਾਗਮ ਚੱਲੇਗਾ। ਅੰਗਰੇਜ਼ੀ ਮਹੀਨਿਆਂ ਦੀਆਂ 30 ਜਾਂ 31 ਤਰੀਕਾਂ ਹੁੰਦੀਆਂ ਨੇ। ਜਿਹੜਾ ਦੇਸੀ ਮਹੀਨਾ ਹੁੰਦਾ ਹੈ, ਇਹ ਪੱਖਾਂ ਦੇ ਹਿਸਾਬ ਦੇ ਨਾਲ ਗਿਣਦੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀਓ, ਕੱਲ ਸੀ ਪੁੰਨਿਆ, ਕਈ ਪਰਸੋਂ ਕਹਿੰਦੇ ਸੀ ਪਰ ਕੱਲ ਸੀ, ਤੇ ਅੱਜ ਹਨੇਰ ਪੱਖ ਦੀ ਏਕਮ ਹੈ। ਅੱਜ ਹਨੇਰ ਪੱਖ ਸ਼ੁਰੂ ਹੋ ਗਿਆ। ਹਨੇਰ ਪੱਖ ਦੀ ਜਦ 15 ਤਰੀਕ ਆਏਗੀ ਉਦੋਂ ਹੋਏਗੀ ਮੱਸਿਆ, ਤੇ ਮੱਸਿਆ ਤੋਂ ਅਗਲੇ ਦਿਨ ਚਾਨਣ ਪੱਖ ਦੀ ਏਕਮ ਹੁੰਦੀ ਹੈ। ਏਕਮ ਦੋਜ ਤੀਜ ਆਪਾਂ ਚਾਨਣ ਪੱਖ ਦੀ 10ਵੀਂ ਮਨਾਉਂਦੇ ਹਾਂ। ਤੇ ਜਦ ਚਾਨਣ ਪੱਖ ਸੰਪੂਰਨ ਹੁੰਦਾ, ਕੱਲ ਸੰਪੂਰਨ ਹੋਇਆ ਸੋ ਪੂਰਨਮਾਸ਼ੀ। ਤੋ ਇੰਜ 15 33 ਤੈਂ 7 ਵਾਰ, 7 ਨੇ ਵਾਰ, 15 ਨੇ ਤਾਰੀਖਾਂ ਦੇਸੀ ਹਿਸਾਬ ਦੇ ਨਾਲ, ਜਾਂ ਥਿਤੀ ਗੁਰਬਾਣੀ ਦਾ ਨਾਮ ਹੈ, ਜਾਂ ਤਰੀਕਾਂ ਦੇ ਹਿਸਾਬ ਨਾਲ। ਜਿਸ ਤਰ੍ਹਾਂ 12 ਮਾਹ ਨੇ, 12 ਮਾਹ ਮਹੀਨਿਆਂ ਦੇ ਨਾਮ ਲੈ ਕੇ ਸਾਹਿਬਾਂ ਨੇ ਉਪਦੇਸ਼ ਬਖਸ਼ਿਆ। ਇਉਂ ਤਰੀਕਾਂ ਦੇ ਹਿਸਾਬ ਨਾਲ ਗੁਰੂ ਜੀ ਥਿਤਾਨਾਮੇ ਪੰਡਤ ਦੇ ਪਰਥਾਏ ਥਿਤਾਂ ਬਾਰੇ ਵਿਚਾਰ ਦੱਸ ਰਹੇ ਹਨ। ਥਿਤੀ ਬਾਣੀ ਉਚਾਰਨ ਕਰਕੇ 10ਵੇਂ ਸੁਰਤਾਲ ਦੇ ਵਿੱਚ ਉਚਾਰ ਰਹੇ ਹਨ। ਜਤ ਇਹ ਛੰਦ ਦੀ ਚਾਲ ਹੈ। ਛੰਦ ਦੀ ਚਾਲ ਦੁਆਰਾ ਥਿਤੀ ਨਾਮੇ ਬਾਣੀ 'ਚ ਉਪਦੇਸ਼ ਬਖਸ਼ਿਸ਼ ਕੀਤਾ। ਥਿਤੀ ਜਾਤੀ ਦੁਆਰਾ ਉਪਦੇਸ਼ ਬਖਸ਼ਦੇ ਨੇ। ਜਤ ਪਹਿਲਾ ਅਰਥ ਛੰਦ ਦੀ ਚਾਲ ਹੈ, ਦੂਜਾ ਅਰਥ ਹੈ ਥਿੱਤਾਂ ਦਾ ਸਮੁਦਾਇ, ਤੀਜਾ ਅਰਥ ਹੈ ਸੰਗੀਤ ਅਨੁਸਾਰ ਗਾਇਨ ਦੀ ਇੱਕ ਧਾਰਨਾ ਦਾ ਨਾਮ ਹੈ ਜਤ, ਯਤ। ਅਤੇ ਮਰਦੰਗ ਦੇ ਬੋਲ ਦਾ ਜਿੱਥੇ ਵਿਸ਼ਰਾਮ ਹੋਵੇ ਉਸ ਦੀ ਵੀ ਜਤ ਸੰਗਿਆ ਹੈ। ਡਾਕਟਰ ਚਰਨ ਸਿੰਘ ਜੀ, ਜੋ ਡਾਕਟਰ ਭਾਈ ਵੀਰ ਸਿੰਘ ਦੇ ਨਾਨਾ ਜੀ ਸਨ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਬਾਣੀ ਬਿਓਰਾ ਦੇ ਵਿੱਚ ਜਤ, ਗਤ, ਸਾਥ ਇਹ 3 ਜੋੜੀ ਦੇ ਕਰਤੱਵ ਲਿਖੇ ਨੇ। ਜੋੜੀ ਦਾ ਹਿਸਾਬ ਹੈ, ਜਿਸ ਵੇਲੇ ਸੱਜਾ ਹੱਥ ਗਤ ਦਾ ਕੰਮ ਕਰੇ, ਅਰਥਾਤ ਸੱਜੇ ਹੱਥ ਦੀਆਂ ਉਂਗਲਾਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰਨ। ਜਿਸ ਤਰ੍ਹਾਂ ਖੁੱਲ੍ਹਾ ਤਾਲ ਵਜਾਈਦਾ, ਨਾਨਕਸਰ ਸਾਹਿਬ ਵਾਲੇ ਜਾਂ ਰਾੜਾ ਸਾਹਿਬ ਵਾਲੇ ਕੀਰਤਨ ਗਾਉਂਦੇ ਨੇ, ਉਹ ਖੁੱਲ੍ਹੇ ਤਾਲ ਦੇ ਵਿੱਚ ਆਸਾ ਦੀ ਵਾਰ ਦੀ ਪੌੜੀ ਪੜ੍ਹਦੇ ਨੇ, ਖੁੱਲ੍ਹੇ ਤਾਲ ਦੇ ਵਿੱਚ। ਤੇ ਉਹ ਸਮਝ ਲਓ ਜਿਸ ਵੇਲੇ ਸੱਜਾ ਹੱਥ ਗਤ ਦਾ ਕੰਮ ਕਰਦਾ, ਉਂਗਲੀਆਂ ਜੋੜੀ ਦੇ ਕਿਨਾਰੇ ਵਿਚਕਾਰ ਕੰਮ ਕਰਦੀਆਂ, ਤੇ ਖੱਬਾ ਹੱਥ ਸਾਥ ਵਾਕਰ ਖੁਲਾਸਾ ਵਜਾਏ, ਉਹਨੂੰ ਜਤ ਆਖਦੇ ਨੇ। ਜਾਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ, ਦਾਗੇ ਨਾਨਾ ਤੇ ਤੀ ਇਸ ਤਰ੍ਹਾਂ ਅੱਖਰਾਂ ਦੀ ਆਵਾਜ਼ ਆਵੇ, ਉਹ ਪਾਟਾਸ਼ਰ ਕਹੀਦੇ ਨੇ। ਆਵਾਜ਼ ਵੀ ਨਰਮ ਨਰਮ ਨਿਕਲੇ, ਉਹਨੂੰ ਗਤ ਆਖਦੇ ਨੇ। ਤੇ ਜਦੋਂ ਦੋਵੇਂ ਹੱਥ ਖੁੱਲ੍ਹੇ ਕੰਮ ਕਰਨ, ਪੁੜੇ ਵਾਲਾ ਵੀ ਜੋੜੀ ਵਾਲਾ ਵੀ, ਤੇ ਆਵਾਜ਼ ਵੀ ਖੁੱਲ੍ਹੀ ਨਿਕਲੇ, ਜਿਸ ਨੂੰ ਕੱਢ ਆਖਦੇ ਨੇ, ਉਹਦੀ ਸੰਗਿਆ ਸਾਥ ਹੁੰਦੀ ਹੈ। ਇੰਜ ਮਹਾਰਾਜ ਜਤ ਛੰਦ ਦੀ ਚਾਲ ਮੁਤਾਬਕ ਹੀ ਬਾਣੀ ਉਚਾਰ ਰਹੇ ਨੇ, ਖੁੱਲ੍ਹੇ ਹਿਸਾਬ ਨਾਲ। ਇੱਕ ਓੰਕਾਰ। ਇਹ ਬੀਜ ਮੰਤਰ ਉਚਾਰਨ ਕੀਤਾ ਹੈ। ਇੱਕ ਦੁਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ
ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ। ਏਕਮ ਏਕੰਕਾਰ ਨਿਰਾਲਾ ਏਕਮ ਪਹਿਲੀ ਥਿਤ ਦੁਆਰਾ ਚੰਦਰਮਾ ਦੇ ਮਹੀਨੇ ਦੀ ਅੰਧੇਰੇ ਤੇ ਚਾਨਣੇ ਪੱਖ ਦੀ ਪਹਿਲੀ ਤਾਰੀਖ ਕਥਨ ਕਰਦੇ ਨੇ ਕਿ ਅਦੁੱਤੀ ਬ੍ਰਹਮ ਸਭ ਤੋਂ ਨਿਰਾਲਾ ਅਸੰਗ ਹੈ। ਅਮਰ ਅਜੂਨੀ ਜਾਤ ਨਾ ਜਾਲਾ ਜੋ ਮਰਨ ਤੋਂ ਰਹਿਤ ਜੂਨਾਂ ਤੋਂ ਰਹਿਤ, ਜਿਸ ਦੀ ਨਾ ਕੋਈ ਜਾਤ ਹੈ ਤੇ ਨਾ ਹੀ ਕੋਈ ਉਹਨੂੰ ਜਾਲਾ ਬੰਧਨ ਹੈ, ਜਾਂ ਜਾਤੀ ਆਦਿਕ ਦਾ ਅਭਿਮਾਨ ਉਹਨੂੰ ਸਾੜਦਾ ਨਹੀਂ ਹੈ, ਜਾਂ ਉਹਦੇ ਸਰੂਪ ਦੇ ਵਿੱਚ ਸਮੂਹ ਜਾਤਾਂ ਆਦਿਕ ਨਹੀਂ ਹਨ, ਜਾਂ ਉਹਦੀ ਉਤਪਤੀ ਵੀ ਕੋਈ ਨਹੀਂ ਹੈ ਤੇ ਮਾਇਆ ਦਾ ਮੋਹ ਰੂਪ ਜਾਲ ਵੀ ਨਹੀਂ ਹੈ। ਆਗਮ ਅਗੋਚਰ ਰੂਪ ਨਾ ਰੇਖਿਆ ਉਹ ਪਰਮਾਤਮਾ ਮਨ ਦੀ ਗਮਤਾ ਤੋਂ ਰਹਿਤ, ਇੰਦਰੀਆਂ ਦੀ ਅਵਿਸ਼ੇ, ਤੇ ਉਹਦਾ ਨਾ ਕੋਈ ਰੂਪ ਹੈ ਨਾ ਹੀ ਮਸ਼ਕਾ ਸਾਧਕ ਅਵਤਾਰਾਂ ਰੂਪ ਲਕੀਰ ਹੈ। ਖੋਜਤ ਖੋਜਤ ਘਟ ਘਟ ਦੇਖਿਆ ਉਹਨੂੰ ਵੇਦਾਂ ਸ਼ਾਸਤਰਾਂ ਦੁਆਰਾ ਲੱਭਦਿਆਂ ਘਟਾਂ ਘਟਾਂ ਸਰੀਰਾਂ ਵਿੱਚ ਵੇਖਣਾ ਕੀਤਾ ਹੈ। ਸਭ ਖਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਉ। ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਕਲ ਚਿੰਤਾ ਰਾਖੀ ਅਨੰਤਾ ਔਰ ਤਜੋ ਸਭ ਆਸਾ ਰੇ। ਪਰਨ ਮੈਂ ਨਾਮਾ ਪੈ ਨੇ ਕੰਮ ਕੋ ਠਾਕੁਰ ਕੋ ਦਾਸਾ ਰੇ। ਜੋ ਦੇਖ ਦਿਖਾਵੈ ਤਿਸ ਕਉ ਬਲ ਜਾਈ ਜੋ ਆਪ ਆਪਣੇ ਸਰੂਪ ਨੂੰ ਵੇਖ ਕੇ ਹੋਰਨਾਂ ਜਿਗਿਆਸਾ ਨੂੰ ਵਿਖਾ ਦਿੰਦਾ, ਉਸ ਗੁਰਮੁਖ ਦੇ ਉੱਪਰੋਂ ਮੈਂ ਬਲਿਹਾਰ ਕੁਰਬਾਨ ਜਾਂਦਾ। ਭਾਵ ਜਿਹੜਾ ਬ੍ਰਹਮ ਗਿਆਨ ਕਰਵਾ ਦਿੰਦਾ, ਉਹਦੇ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜਿਸ ਤਰ੍ਹਾਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਆਪਣੀ ਸਾਰੀ ਉਮਰ ਕੋਈ ਡਰਾਈਵਰੀ ਕਰਦਾ, ਕੋਈ ਬਾਣੀਏ ਦਾ ਕੰਮ ਕਰਦਾ, ਕੋਈ ਆੜਤੀਆ ਹੈ ਤੇ ਕੋਈ ਕਿਰਸਾਨ ਹੈ, ਕੋਈ ਕੁਛ ਹੈ ਕੋਈ ਕੁਛ ਹੈ। ਮਹਾਂਪੁਰਖਾਂ ਨੇ ਸਾਰੀ ਉਮਰ ਆਪਦੀ ਗੁਰਦੁਆਰੇ ਗੁਜ਼ਾਰ ਦਿੱਤੀ। ਸਟੇਜ ਦੇ ਉੱਪਰ ਅੰਮ੍ਰਿਤ ਵੇਲੇ ਕਥਾ ਕਰਨੀ 1 ਘੰਟਾ, ਫਿਰ ਦੁਪਹਿਰ ਤੋਂ ਪਹਿਲਾਂ ਦੁਪਹਿਰ ਤੋਂ ਪਹਿਲਾਂ ਸ੍ਰੀ ਦਸਮ ਗ੍ਰੰਥ ਦੀ ਕਥਾ ਕਰਨੀ, ਤੇ ਦੁਪਹਿਰ ਤੋਂ ਬਾਅਦ 3-4 ਵਜੇ ਸ੍ਰੀ ਗੁਰਪ੍ਰਤਾਪ ਗੁਰ ਇਤਿਹਾਸ ਦੀ ਕਥਾ ਕਰਨੀ। ਇਹ 3 ਕਥਾ ਲਾਜ਼ਮੀ ਸੀਗੀਆਂ। ਤੇ ਜਿੱਥੇ ਜਿੱਥੇ ਕਿਸੇ ਨੇ ਯਾਦ ਕਰਨਾ, ਕਿਸੇ ਘਰ ਅਖੰਡ ਪਾਠ ਸਾਹਿਬ ਦਾ ਭੋਗ ਹੈ ਜਾਂ ਕੋਈ ਗੁਰਮਤਿ ਸਮਾਗਮ ਹੈ, ਉੱਥੇ ਵੀ ਜਾ ਕੇ ਬੋਲਣਾ। ਸਾਰੀ ਉਮਰ ਕਥਾ ਕਰਦੇ ਹੀ ਨਿਭਾ ਦਿੱਤੀ। ਤੇ ਇਕੱਲਿਆਂ ਨਹੀਂ, ਸੰਗਤ ਦੇ ਵਿੱਚ ਔਰ ਨਾਲ 150 ਵਿਦਿਆਰਥੀ ਹੁੰਦੇ ਜੋ ਪੋਥੀਆਂ ਪ੍ਰਕਾਸ਼ ਕਰਕੇ ਪੜ੍ਹਦੇ। ਮੈਂ ਸਮਝਦਾ ਕਿ ਹੋਰ ਕੋਈ ਬ੍ਰਹਮ ਗਿਆਨ ਨਹੀਂ ਸਿਵਾਏ ਗੁਰਬਾਣੀ ਤੋਂ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਹੀ ਬ੍ਰਹਮ ਗਿਆਨ ਹੈ। ਅੱਜ ਕੱਲ੍ਹ ਦੇ ਬ੍ਰਹਮ ਗਿਆਨੀ ਆਂਦੇ ਨੇ, ਆਓ ਭਾਈ ਤੁਹਾਨੂੰ ਅਸੀਂ ਮਾਲਾ ਦਿੰਦੇ ਹਾਂ, ਤੁਹਾਡੇ ਸਿਰ ਤੇ ਹੱਥ ਰੱਖਦੇ ਹਾਂ ਤੇ ਲਿਆਓ ਕੰਨ ਕਰੋ, ਤੁਹਾਡੇ ਕੰਨ 'ਚ ਗੁਰਮੰਤਰ ਦਿੰਦੇ ਆ। ਕਈਆਂ ਨੇ 5 ਬਣਾਏ ਨੇ, ਕਈਆਂ ਨੇ 3 ਬਣਾਏ ਨੇ, ਤੇ ਮੁੜ ਕੇ ਪਤਾ ਕੀ ਕਹਿੰਦੇ ਨੇ, ਬਾਣੀ ਨਾ ਪੜੋ। ਆਪ ਕਥਾ ਹੀ ਕਰਕੇ ਸੁਣਾਉਂਦੇ ਨੇ, ਸੁਣਾਉਂਦੇ ਵੀ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ 'ਚੋਂ, ਤੇ ਸੰਗਤ ਨੂੰ ਕਹਿੰਦੇ ਨੇ ਵੀ ਤੁਸੀਂ ਬਾਣੀ ਨਾ ਪੜਿਓ। ਕਿਉਂ ਨਾ ਪੜਿਓ? ਕਿਉਂਕਿ ਬਾਣੀ ਤਾਂ ਕਹਿੰਦੀ ਆ ਗੁਰੂ ਧਾਰਨ ਕਰੋ ਤੇ ਨਾਮ ਜਪੋ। ਗੁਰੂ ਅਸੀਂ ਆ, ਮੱਥਾ ਸਾਨੂੰ ਟੇਕੋ ਤੇ ਨਾਮ ਸਾਥੋਂ ਲਓ। ਇਹ ਨਾਮ ਦੇ ਨਾਲ ਵੀ ਵੇਖੋ, ਰੱਬ ਦੇ ਨਾਲ ਵੀ ਲੋਕ ਠੱਗੀਆਂ ਮਾਰਦੇ। ਦੁਨੀਆ ਨੂੰ ਦਿੰਦੇ ਰੱਬ ਦਾ ਨਾਮ ਨੇ, ਠੱਗੀ ਆਪਦੀ ਮਾਰਦੇ ਨੇ। ਡੇਰਾ ਆਪਦਾ ਚਲਾਉਂਦੇ ਨੇ, ਆਪਦਾ ਤੋਰੀ ਫੁਲਕਾ, ਆਪਦੀ ਗੱਦੀ ਅੱਗੇ ਦੀ ਅੱਗੇ। ਗੁਰੂ ਗੋਬਿੰਦ ਸਿੰਘ ਨੇ ਗੱਦੀ ਦੀ ਪ੍ਰਥਾ ਖਤਮ ਕਰ ਦਿੱਤੀ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਬਿਰਾਜਮਾਨ ਕੀਤਾ। ਇਸ ਲਈ ਜਿਹੜਾ ਸੰਤ, ਜਿਹੜਾ ਸਾਧੂ ਤੁਹਾਨੂੰ ਆਖੇ ਵੀ ਅੰਮ੍ਰਿਤ ਨਹੀਂ ਛਕਣਾ ਚਾਹੀਦਾ, ਇਹਦੀ ਕੋਈ ਲੋੜ ਨਹੀਂ, ਤੇ ਬਾਣੀ ਦੀ ਨਿਤਨੇਮ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਤਾਂ ਨਾਮ ਜਪੋ ਜੀ, ਤੇ ਉਹਨੂੰ ਵੇਖਣਾ ਚਾਹੀਦਾ ਵੀ ਇਹ ਬੰਦਾ ਹੈ ਕੌਣ ਤੇ ਬੋਲਦਾ ਕਿੱਥੋਂ ਹੈ। ਉਦੋਂ ਕਿਨਾਰਾ ਕਰ ਜਾਓ
ਮਹਾਰਾਜ ਨੇ ਇੰਨੇ ਸੋਹਣੇ ਗੁਰਦੁਆਰੇ ਬਣਾਏ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰੋ ਭਾਈ। ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ, ਜਿਹੜਾ ਬਾਣੀ ਦਾ ਬ੍ਰਹਮ ਗਿਆਨ ਵੰਡਦਾ ਹੈ ਤੇ ਆਪ ਵੀ ਗੁਰਬਾਣੀ ਪੜ੍ਹਦਾ ਸੁਣਦਾ ਹੈ, ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਜਿਹੜਾ ਆਪ ਆਪਣੇ ਸਰੂਪ ਨੂੰ ਵੇਖ ਲੈਂਦਾ ਤੇ ਹੋਰਨਾਂ ਜਗਿਆਸੂਆਂ ਨੂੰ ਵਿਖਾ ਦਿੰਦਾ, ਯਾਨੀ ਬ੍ਰਹਮ ਗਿਆਨ ਦੇ ਦਰਸ਼ਨ ਕਰਵਾ ਦਿੰਦਾ, ਉਹਦੇ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ। ਕਈਆਂ ਨੂੰ ਉਹਨਾਂ ਬ੍ਰਹਮ ਗਿਆਨੀ ਬਣਾਇਆ। ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਟਵਾਰੀ ਦੀ ਨੌਕਰੀ ਛੱਡ ਕੇ ਸੰਤਾਂ ਕੋਲ ਆਏ ਤੇ ਬ੍ਰਹਮ ਗਿਆਨੀ ਬਣਾਤੇ। ਸੰਤ ਜਰਨੈਲ ਸਿੰਘ ਛੋਟੇ ਜਿਹੇ ਬੱਚੇ ਤੇ 5ਵੀਂ ਕਲਾਸ ਦੇ ਵਿਦਿਆਰਥੀ ਘਰੋਂ ਆਪ ਮੰਗ ਕੇ ਲਿਆਂਦੇ, ਬਾਣੀ ਪੜ੍ਹਾ ਕੇ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਇਆ ਤੇ ਕਿੰਨਾ ਉਹਨਾਂ ਕੌਮ ਦੀ ਅਗਵਾਈ ਕੀਤੀ। ਅੱਜ ਉਹਨਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਤੋ ਇਸ ਵਾਸਤੇ ਹੋਰ ਵੀ ਅੰਤਾਂ ਨੂੰ ਉਹਨਾਂ ਨੇ ਬ੍ਰਹਮ ਗਿਆਨ ਦਾ ਖਜ਼ਾਨਾ ਬਖਸ਼ਿਆ। ਪਾਤਸ਼ਾਹ ਜੀ ਫਰਮਾਉਂਦੇ ਨੇ, ਐਸੇ ਗੁਰਮੁਖਾਂ ਤੋਂ ਜਿਹੜੇ ਆਪ ਨਾਮ ਜਪਦੇ, ਬਾਣੀ ਪੜ੍ਹਦੇ, ਦੂਜਿਆਂ ਨੂੰ ਪ੍ਰੇਰਿਤ ਕਰਦੇ ਨੇ ਬਾਣੀ ਦੇ ਦੁਆਰਾ ਕੀਰਤਨ ਸੁਣਾ ਕੇ। ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਸਾਰੀ ਉਮਰ ਕੀਰਤਨ 'ਚ ਹੀ ਲੰਘਾਤੀ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਢੋਲਕੀ ਚਿਮਟੇ ਸਾਜ਼ਾਂ ਦੇ ਨਾਲ। ਸੰਪਰਦਾਵਾਂ ਐਵੇਂ ਨਹੀਂ ਚੱਲਦੀਆਂ, ਬ੍ਰਹਮ ਗਿਆਨੀਆਂ ਦੀ ਸੰਪਰਦਾ ਚੱਲਦੀ ਹੈ। ਨਾਨਕਸਰ ਸਾਹਿਬ ਵਾਲੇ ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਜੀ, ਉਹ ਕਹਿੰਦੇ ਬਸ ਸੁਖਮਨੀ ਸਾਹਿਬ ਹੀ ਪੜ੍ਹੀ ਜਾਓ ਬਸ। ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਕਰਕੇ ਭੋਗ ਲਵਾਇਆ। ਐਸੇ ਗੁਰਮੁਖਾਂ ਤੋਂ, ਸੰਤਾਂ ਸਾਧੂਆਂ ਤੋਂ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਉਪਾਸ਼ਕ ਨੇ। ਜੇ ਕਿਸੇ ਨੇ ਬਾਣੀ ਸ਼ੁੱਧ ਪੜ੍ਹਨੀ ਸਿੱਖਣੀ ਹੈ ਤੇ ਉਹ ਟਕਸਾਲੀ ਸੰਤਾਂ ਦੇ ਕੋਲ ਜਾਏ। ਜਿਨਨੇ ਗੁਰਬਾਣੀ ਦਾ ਸਤਿਕਾਰ ਸਿੱਖਣਾ ਹੈ ਉਹ ਨਾਨਕਸਰ ਸਾਹਿਬ ਜਾ ਕੇ ਸਿੱਖੇ। ਇਹ ਆਮ ਲੋਕਾਂ ਨੇ ਕਹਾਵਤ ਬਣਾਈ ਹੋਈ ਹੈ। ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਨੇ, ਜਿਹੜਾ ਆਪ ਦੇਖਦਾ ਦੂਜਿਆਂ ਨੂੰ ਦਿਖਾਉਂਦਾ, ਗੁਰਬਾਣੀ ਦੇ ਦੁਆਰਾ ਬਾਣੀ ਦੇ ਵਿੱਚੋਂ ਹੀ ਪ੍ਰਾਪਤੀ ਕਰਦਾ, ਉਹਦੇ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਆ। ਗੁਰ ਪ੍ਰਸਾਦ ਪਰਮ ਪਦ ਪਾਈ, ਉਹਨੇ ਗੁਰੂ ਦੀ ਕਿਰਪਾ ਦੁਆਰਾ ਵੱਡੀ ਕੇਵਲ ਮੁਕਤੀ ਰੂਪ ਪਦਵੀ ਨੂੰ ਪਾਉਣਾ ਕੀਤਾ ਹੈ। ਕਿਆ ਜਪ ਜਾਪੋ ਬਿਨ ਜਗਦੀਸੈ, ਇਹ ਭਾਈ ਇੱਕ ਜਗਤ ਦੀ ਈਸ਼ਵਰ ਤੋਂ ਬਿਨਾ ਹੋਰ ਕੀ ਜਪ ਨੂੰ ਜਪਣਾ ਹੈ। ਜਾਦੂ ਟੂਣੇ ਜੰਤਰ ਮੰਤਰਾਂ 'ਚ ਕੁਛ ਨਹੀਂ ਪਿਆ। ਭਾਵ ਇੱਕ ਪ੍ਰਮਾਤਮਾ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ। ਜਾਪ ਕਰਨਾ ਮੂਲ ਮੰਤਰ ਦਾ ਜਪੋ। ਗਿਆਨੀ ਗੁਰਨਾਮ ਸਿੰਘ ਜੀ ਸਵਾੜਾ ਨਗਰ ਦੇ ਵਿੱਚ ਥੋੜ੍ਹਾ ਹੀ ਸਮਾਂ ਹੋਇਆ, ਮਹੀਨਾ ਕੁ ਹੋਇਆ, ਦੁਸਹਿਰੇ 'ਤੇ ਆਪਾਂ ਜਾ ਕੇ ਹਾਜ਼ਰੀ ਭਰ ਕੇ ਆਏ। ਉਹ ਜਿਹੜਾ ਵੀ ਜਾਂਦਾ ਆਪ ਹੱਥੀਂ ਮਾਲਾ ਬਣਾਉਂਦੇ ਸੀ, ਕਹਿੰਦੇ ਲੈ ਭਾਈ ਮਾਲਾ ਲੈ, ਤੇ ਮੂਲ ਮੰਤਰ ਦੀ ਇੱਕ ਮਾਲਾ ਤਾਂ ਘੱਟੋ ਘੱਟ ਫੇਰਿਆ ਕਰ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਤੋਂ ਮੈਂ ਕਥਾ ਸੁਣੀ, ਕਹਿੰਦੇ ਮੈਂ ਉਹਨਾਂ ਦਾ ਸਭ ਤੋਂ ਪਹਿਲਾ ਵਿਦਿਆਰਥੀ ਹਾਂ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਗੱਲ ਕੋਲ ਕੁਛ ਬਣਦੀ ਨਹੀਂ, ਕਥਾ ਪੜ੍ਹ ਤਾਂ ਲਈ ਹੈ, ਕੋਈ ਮੌਕਾ ਨਹੀਂ ਮਿਲਦਾ। ਕਹਿੰਦੇ ਮੂਲ ਮੰਤਰ ਪੜ੍ਹਿਆ ਜੀ ਉਹ ਕਦੀ? ਕਹਿੰਦੇ ਜੀ ਨਹੀਂ। ਕਹਿੰਦੇ ਚੱਲ 1.25 ਲੱਖ ਕਰ। ਕਹਿੰਦੇ ਮੈਂ ਜਾਪ ਕੀਤਾ ਤੇ ਮੈਨੂੰ ਪਟਨਾ ਸਾਹਿਬ ਦੀ ਸਿੰਘ ਸਾਹਿਬ ਹੀ ਮਿਲੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀ। 20-25 ਸਾਲ ਉਹ ਸਿੰਘ ਸਾਹਿਬ ਰਹੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤੇ ਅਜੇ ਵੀ ਉਹ ਮੰਨਦੇ ਨੇ ਵੀ ਮੈਂ ਹੀ ਸਿੰਘ ਸਾਹਿਬ ਹਾਂ। ਜਿੰਨਾ ਮਰਜ਼ੀ ਕੋਈ ਰੌਲਾ ਪਾਉਂਦਾ ਪਾਈ ਜਾ, ਮੈਂ ਉੱਥੋਂ ਦਾ ਸੇਵਾਦਾਰ ਹਾਂ। ਘਰ ਵਾਲੀ ਨੂੰ ਵੀ ਕਹਿੰਦੇ ਜਪਾਇਆ ਤੇ ਫਿਰ ਕਹਿੰਦੇ ਪੰਕਤੀ ਪੜ੍ਹੀ। ਉਹਨਾਂ ਨੇ ਇੱਕ ਗੁਰਬਾਣੀ ਦੀ ਪੰਕਤੀ ਸਰਵਣ ਕਰਾਈ ਤੇ ਕਹਿੰਦੇ ਫਿਰ 35 ਲੱਖ ਦੀ ਅਰਦਾਸ ਕੀਤੀ। ਫਿਰ 35 ਲੱਖ ਕੀਤਾ। ਤੋ ਇਸ ਤਰ੍ਹਾਂ ਬਿਨਾਂ ਜਾਪ ਤੋਂ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਕੁਛ ਪ੍ਰਾਪਤ ਨਹੀਂ ਹੋਣ ਵਾਲਾ। ਤੋ ਇੱਕ ਵਾਹਿਗੁਰੂ ਦੇ ਨਾਮ ਤੋਂ ਬਗੈਰ, ਮੂਲ ਮੰਤਰ ਗੁਰਮੰਤਰ ਤੋਂ ਬਗੈਰ ਕਾਹਦਾ ਸਿਮਰਨ ਕਰਨਾ ਹੈ ਭਾਈ? ਕਿਹਦੇ ਪਿੱਛੇ ਦੌੜਨਾ? ਇੱਕ ਪ੍ਰਮਾਤਮਾ ਦਾ ਹੀ ਸਿਮਰਨ ਕਰੀਏ, ਮੂਲ ਮੰਤਰ ਗੁਰਮੰਤਰ ਦਾ ਜਾਪ ਜਪੀਏ। ਗੁਰ ਕੈ ਸ਼ਬਦ ਮਹਿਲ ਘਰ ਦੀਸੈ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਸਤਸੰਗਤ ਰੂਪੀ ਮਹੱਲ ਦੁਆਰਾ ਹਿਰਦੇ ਰੂਪ ਘਰ ਅੰਦਰ ਪ੍ਰਭੂ ਦਿਸ ਪੈਂਦਾ ਹੈ। ਜਾਂ ਤੁਰੀਆ ਪਦ ਰੂਪੀ ਘਰ
ਤੇ ਸਰੂਪ ਰੂਪੀ ਮਹਲ ਦਿਸ ਪੈਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਦੂਜੈ ਭਾਏ ਲੱਗੇ ਪਛਤਾਣੇ। ਦੂਜੀ ਥਿਤ ਦੁਆਰਾ ਕਥਨ ਕਰਦੇ ਕਿ ਜੋ ਦਵੈਤ ਭਾਵ ਵਿੱਚ ਲੱਗੇ ਨੇ ਉਹ ਅੰਤ ਨੂੰ ਪਛਤਾਤਾਪ ਹੀ ਕਰਦੇ ਹਨ। ਜਮਦਰ ਬਾਧੇ ਆਵਣ ਜਾਣੇ। ਉਹ ਧਰਮ ਰਾਜੇ ਦੇ ਦੁਆਰੇ ਤੇ ਬੰਨੇ ਜਾਂਦੇ ਤੇ ਜੂਨਾਂ ਵਿੱਚ ਆਉਂਦੇ ਜਾਂਦੇ ਭਾਵ ਜੰਮਦੇ ਮਰਦੇ ਰਹਿੰਦੇ ਹਨ। ਕਿਆ ਲੈ ਆਵੈ ਹੈ ਕਿਆ ਲੈ ਜਾਹੇ। ਇਹ ਜੀਵ ਸੰਸਾਰ 'ਚ ਲੈ ਕੇ ਕੀ ਆਉਂਦੇ ਨੇ ਦੱਸੋ। ਨਾਂਗੇ ਆਮ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ। ਤੇ ਲੈ ਕੇ ਕੀ ਜਾਂਦੇ ਨੇ ਭਾਵ ਖਾਲੀ ਹੱਥੀਂ ਆਏ ਤੇ ਖਾਲੀ ਹੱਥੀਂ ਚਲੇ ਜਾਂਦੇ ਨੇ। ਤੇ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਇੱਕ ਘਰ ਨਹੀਂ, ਇੱਕ ਜਗ੍ਹਾ ਸਮਾਨ ਨਹੀਂ, ਜਗ੍ਹਾ ਜਗ੍ਹਾ ਤੇ ਸਮਾਨ ਖਿੰਡ ਰਿਹਾ ਹੋਇਆ ਹੈ। ਉੱਥੋਂ ਤੁਰਨਾ ਪੈਂਦਾ ਜਦ ਵੀਜ਼ਾ ਖਤਮ ਹੋ ਜਾਂਦਾ, ਮੁੜ ਕੇ ਭਾਵੇਂ ਨਾ ਹੀ ਜਾਣਾ ਹੋਵੇ। ਤਾਂ ਇਸੇ ਤਰ੍ਹਾਂ ਹੀ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ। ਇਹ ਦੁਨੀਆ ਦੇ ਵਿੱਚ ਜਿੰਨਾ ਕੁ ਚਿਰ ਟਾਈਮ ਹੈ ਉਹਨਾਂ ਕੁ ਚਿਰ ਬੰਦਾ ਰਹਿੰਦਾ ਆਪਦੇ ਘਰ ਘਰ ਬਣਾ ਕੇ। ਜਦੋਂ ਸੁੱਖ ਲੈਣ ਦਾ ਵੇਲਾ ਹੁੰਦਾ ਵੀਜ਼ਾ ਖਤਮ ਹੋ ਜਾਂਦਾ, ਚਲੋ ਮੇਰੇ ਭਾਈ ਜਾਮ ਆ ਕੇ ਦਮਾਮਾ ਦੇ ਦਿੰਦਾ। ਤਾਂ ਇਸ ਲਈ ਲੈ ਕੇ ਕੀ ਆਉਂਦੇ ਨੇ ਭਾਵ ਪੁੰਨ, ਮਤਲਬ ਜਿੰਨੇ ਪੁੰਨ ਨੇ ਉਸ ਹਿਸਾਬ ਨਾਲ ਮਨੁੱਖਾ ਸਰੀਰ ਤੇ ਸਵਾਸ ਲੈ ਕੇ ਆਉਂਦੇ ਨੇ। ਇਹ ਲੈ ਕੇ ਜਾਂਦੇ ਕੀ ਨੇ ਦਬਲ ਕੇ ਪਾਪ ਕਰੀ ਜਾਣਾ, ਗੁਨਾਹ ਕਰੀ ਜਾਣਾ, ਲੋਕਾਂ ਨੂੰ ਤੰਗ ਕਰੀ ਜਾਣਾ, ਪਰੇਸ਼ਾਨ ਕਰੀ ਜਾਣਾ। ਤਾਂ ਇਸ ਤਰ੍ਹਾਂ ਪਾਪ ਖੱਟ ਕੇ ਜਾਂਦੇ ਨੇ। ਮਹਾਰਾਜ ਕਹਿੰਦੇ ਤਪੋਂ ਰਾਜ ਤੇ ਰਾਜੋਂ ਨਰਕ ਮਿਲਦਾ ਹੈ। ਸਿਰ ਜਮ ਕਾਲ ਸੇ ਚੋਟਾ ਖਾਹੇ। ਉਹ ਆਪਣੇ ਸਿਰ ਦੇ ਉੱਪਰ ਕਾਲ ਕਰਨ ਵਾਲੇ ਯਮਰਾਜ ਦੀਆਂ ਸੱਟਾਂ ਖਾਂਦੇ ਹਨ। ਬਿਨ ਗੁਰ ਸ਼ਬਦ ਨਾ ਛੂਟਸ ਕੋਏ। ਇਹ ਭਾਈ ਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕੀਤੀ ਬਿਨਾ ਕੋਈ ਜਮਾਂ ਦੀਆਂ ਸੱਟਾਂ ਤੋਂ ਛੁੱਟ ਨਹੀਂ ਸਕਦਾ। ਪਾਖੰਡ ਕੀਨੈ ਮੁਕਤ ਨਾ ਹੋਏ। ਮੇਰਾ ਲੋਕ ਵਿਖਾਵਾ ਕਰਨ ਨਾਲ ਕੋਈ ਵੀ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਆਪੇ ਸੱਚ ਕੀਆ ਕਰ ਜੋੜ। ਇਹ ਭਾਈ ਸੱਚੇ ਪ੍ਰਮਾਤਮਾ ਨੇ ਆਪ ਹੀ ਹੱਥ ਜੋੜ ਕੇ ਭਾਵ ਆਪਣਾ ਹੁਕਮ ਕਰਕੇ ਬ੍ਰਹਮੰਡ ਰਚਨਾ ਕੀਤਾ ਹੈ। ਅੰਡਜ ਫੋੜ ਜੋੜ ਵਿਛੋੜ। ਆਂਡੇ ਦੀ ਤਰ੍ਹਾਂ ਇਸ ਬ੍ਰਹਮੰਡ ਨੂੰ ਜੋੜ ਕੇ ਫਿਰ ਤੋੜ ਕੇ ਵਿਛੋੜ ਦਿੱਤਾ। ਭਾਵ ਇਸ ਬ੍ਰਹਮੰਡ ਰੂਪ ਅੰਡੇ ਨੂੰ ਵਿਚਾਲੇ ਤੋਂ ਤੋੜ ਦਿੱਤਾ, ਜਿਹਦਾ ਉੱਪਰਲਾ ਹਿੱਸਾ ਉੱਪਰ ਤੇ ਹੇਠਲਾ ਹਿੱਸਾ ਹੇਠਾਂ ਆ ਗਿਆ। ਅਰਥਾਤ ਉੱਪਰਲੇ ਹਿੱਸੇ 'ਚ ਆਕਾਸ਼ ਆਦਿਕ, ਇਹ ਹੇਠਲੇ ਹਿੱਸੇ 'ਚ ਧਰਤੀ ਤੇ ਪਤਾਲ ਆਦਿਕ ਆ ਗਏ। ਮੁਹੰਮਦ ਨੂੰ ਇੱਕ ਵਾਰ ਰਸਤੇ ਜਾਂਦਿਆਂ ਉਹਨੂੰ ਹੰਕਾਰ ਹੋ ਗਿਆ ਵੀ ਮੈਂ ਮੁਹੰਮਦ ਆ, ਮੈਂ ਪੈਗੰਬਰ ਹਾਂ, ਜੇ ਮੈਂ ਨਾ ਜੰਮਦਾ ਤੇ ਦੁਨੀਆ ਕੌਣ ਤਾਰਦਾ। ਇਹ ਮਹਾਰਾਜ ਨੇ ਊਠਾਂ ਦੀ ਲਾਈਨ ਦਿਖਾਈ। ਉਹ ਤੁਰੇ ਜਾਣ ਇਹਨੇ ਰਸਤਾ ਕ੍ਰੋਸ ਕਰਨਾ ਸੀ ਤੇ ਖੜਾ ਰਿਹਾ ਜਿਉਂ ਸਵੇਰ ਤੋਂ ਤਕਾਲਾਂ ਤੱਕ ਉੱਥੇ ਸ਼ਾਮਾਂ ਪੈ ਗਈਆਂ, ਲਾਈਨ ਟੁੱਟੀ ਹੋਈ ਨਾ। ਇੱਕ ਬੰਦਾ ਆਇਆ, ਕਹਿੰਦੇ ਪੈਗੰਬਰ ਸਾਹਿਬ ਇੱਥੇ ਕਿਵੇਂ ਖੜੇ ਹੋ। ਕਹਿੰਦੇ ਮੈਂ ਰਸਤਾ ਕ੍ਰੋਸ ਕਰਨਾ, ਸੋਚਿਆ ਕਿ ਇਹ ਲਾਈਨ ਲੰਘ ਜਾਏ, ਊਠ ਲੰਘ ਜਾਣ ਤਾਂ ਫਿਰ ਮੈਂ ਰਸਤਾ ਕ੍ਰੋਸ ਕਰਾਂ। ਕਹਿੰਦੇ ਜਦੋਂ ਦਾ ਮੈਂ ਜੰਮਿਆ ਇਹ ਲਾਈਨ ਉਦੋਂ ਦੀ ਤੁਰੀ ਇਸੇ ਤਰ੍ਹਾਂ ਹੀ ਤੁਰੀ ਜਾ ਰਹੀ ਹੈ ਤੇ ਜੋ ਲੰਘਣਾ ਆਸਾ ਪਾਸਾ ਕਰਕੇ ਲੰਘ ਜਾ। ਕਹਿੰਦੇ ਹੈ, ਉਹ ਘਬਰਾ ਗਿਆ। ਉਹਨਾਂ ਦੇ ਉੱਪਰ 4 ਟਰੰਕ ਲੱਦੇ ਹੋਏ ਸੀ, 2 ਇੱਕ ਪਾਸੇ 2 ਇੱਕ ਪਾਸੇ, ਮਤਲਬ ਉੱਪਰ ਛੱਟ ਪਾਈ ਹੋਈ ਸੀ ਊਠਾਂ ਦੀ ਪਿੱਠ ਦੇ ਉੱਪਰ ਤੇ 2-2 ਟਰੰਕ ਪਾਸੇ 4 ਟਰੰਕ ਲੱਦੇ, ਉਹਨਾਂ ਨਾਲ ਜਿੰਦਰੇ ਲੱਗੇ ਹੋਏ, ਜਿੰਦਰੇ ਬੰਦ ਤੇ ਕੁੰਜੀਆਂ ਉਹਨਾਂ ਦੇ ਵਿੱਚ ਹੀ ਸਨ। ਵੇਖਣ ਦੇ ਤੌਰ ਤੇ ਵੀ ਇਹਨਾਂ ਉੱਪਰ ਕੀ ਲੱਦਿਆ ਹੋਇਆ, ਕੌਣ ਨੇ। ਇੱਕ ਊਠ ਨੂੰ ਪਾਸੇ ਕਰਕੇ ਬਿਠਾ ਕੇ ਇੱਕ ਟਰੰਕ ਖੋਲਿਆ ਜਾਂ ਜਿੰਦਰਾ ਖੋਲਿਆ, ਉਹਦੇ ਚੋਂ ਅੰਡੇ ਨਿਕਲੇ ਤੇ ਉਹਨੂੰ ਮਨੁੱਖ ਨੂੰ ਪੁੱਛਿਆ ਵੀ ਅੰਡੇ ਕੈਸੇ ਨੇ। ਕਹਿੰਦਾ ਵੀ ਇਹ ਇੱਕ ਇੱਕ ਅੰਡੇ ਦੇ ਵਿੱਚ ਇੱਕ ਇੱਕ ਬ੍ਰਹਮੰਡ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਹਿੰਦੇ ਤੋੜ ਕੇ ਵੇਖ ਲਾ। ਜਦ ਅੰਡਾ ਤੋੜਿਆ, ਇੱਕ ਇੱਕ ਆਂਡੇ 'ਚ ਇੱਕ ਇੱਕ ਬ੍ਰਹਮੰਡ, ਇੱਕ ਮੁਹੰਮਦ ਵੇਖਿਆ।
ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ, ਐਸੋ ਧਨੀ ਗੋਬਿੰਦ ਹਮਾਰਾ, ਵਰਨ ਸਾਕੋ ਗੁਣ ਵਿਸਤਾਰਾ। ਹੰਕਾਰ ਟੁੱਟ ਗਿਆ। ਇੱਕ ਵਾਰੀ ਬ੍ਰਹਮਾ ਨੂੰ ਹੰਕਾਰ ਹੋ ਗਿਆ, ਚਾਰ ਮੂੰਹਾਂ ਵਾਲੇ ਨੂੰ, ਉਹਨੂੰ ਰੱਬ ਨੇ ਹਵਾ ਐਸੀ ਚਲਾਈ ਕਿ 8 ਮੂੰਹਾਂ ਵਾਲੇ ਬ੍ਰਹਮਾ ਦੇ ਕੋਲ ਪਹੁੰਚਾਤਾ। ਫਿਰ ਉਹਨੂੰ ਹੰਕਾਰ ਹੋ ਗਿਆ, ਫਿਰ 16 ਮੂੰਹਾਂ ਵਾਲੇ, ਫਿਰ ਅੱਗੇ 32 ਮੂੰਹਾਂ ਵਾਲੇ, ਅੱਗੇ ਦੀ ਅੱਗੇ ਤੁਰੇ ਗਏ, ਕੋਈ ਅੰਤ ਨਹੀਂ ਆਇਆ। ਕਿਉਂ? ਰੱਬ ਦੀ ਕੁਦਰਤ ਦਾ ਕੋਈ ਅੰਤ ਨਹੀਂ। ਐਵੇਂ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਸਾਡੇ ਨਾਲ ਇਸ ਦੁਨੀਆ ਚੱਲਦੀ ਹੈ, ਇਹ ਸਾਡੇ ਜੰਮਣ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ, ਅਤੇ ਮਰਨ ਤੋਂ ਬਾਅਦ ਵੀ ਸਾਡੇ ਜਾਨ ਨਾਲ ਕੋਈ ਘਾਟਾ ਨਹੀਂ ਪਊਗਾ। ਜਿੰਨਾ ਚਿਰ ਬੰਦਾ ਹਾਜ਼ਰ ਹੁੰਦਾ ਉਹਨਾਂ ਚਿਰ ਬੰਦੇ ਦੀ ਯਾਦ ਹੁੰਦੀ ਹੈ। ਤੁਸੀਂ 2 ਦਿਨ ਆਓ, ਤੀਜੇ ਦਿਨ ਦੁਨੀਆ ਤੁਹਾਨੂੰ ਭੁੱਲ ਜਾਊਗੀ। ਪਰਤਾ ਕੇ ਵੇਖ ਲਿਓ, ਸਗੇ ਘਰ ਦੇ ਨਹੀਂ ਪਹਿਚਾਣਦੇ। ਅਸੀਂ ਸਾਰੀ ਉਮਰ ਤੁਹਾਨੂੰ ਬਾਹਰ ਰਹੇ ਹਾਂ, ਨਿਆਣਿਆਂ ਦੀ ਸੰਭਾਲ ਨਹੀਂ ਕੀਤੀ, ਹੁਣ ਆਪਾਂ ਤੈਨੂੰ ਕੀ ਆਖੀਏ। ਇਸ ਵਾਸਤੇ ਦੁਨੀਆ ਤਾਂ ਬਸ ਜੋੜ ਮੇਲੇ ਦੀ ਹੈ, ਮਿਲਦੇ ਰਹੋ, ਫੋਨ ਫਾਨ ਕਰਦੇ ਰਹੋ, ਨਾ ਚੜ੍ਹਦੀ ਕਲਾ, ਤੇ ਨਹੀਂ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਝਾਟੀ ਭੁੱਲ ਜਾਂਦੇ। ਇਹ ਵਾਹਿਗੁਰੂ ਦੀ ਰਚਨਾ ਹੈ। ਸੋ ਮਹਾਰਾਜ ਨੇ ਅੰਡੇ ਦੀ ਤਰ੍ਹਾਂ ਬ੍ਰਹਮੰਡ ਨੂੰ ਜੋੜਤਾ, ਫਿਰ ਤੋੜ ਕੇ ਵਿਛੋੜਤਾ। ਇਹ ਬ੍ਰਹਮੰਡ ਰੂਪ ਅੰਡੇ ਨੂੰ ਵਿਚਾਲੇ ਤੋਂ ਤੋੜ ਕੇ ਤੇ ਇਹਦੇ ਵਿੱਚ ਰਚਨਾ ਪੈਦਾ ਕਰ ਦਿੱਤੀ ਹੈ। ਧਰਤ ਆਕਾਸ ਕੀਏ ਬੈਸਣ ਕਉ ਥਾਉ। ਪਰਮਾਤਮਾ ਨੇ ਧਰਤੀ ਤੇ ਆਕਾਸ਼ ਬਣਾਏ ਨੇ, ਫਿਰ ਬੈਠਣ ਦੇ ਲਈ 14 ਲੋਕ ਰੂਪ ਅਸਥਾਨ ਰਚ ਦਿੱਤੇ ਹਨ। ਰਾਤ ਦਿਨੰਤ ਕੀਏ ਭਉ ਭਾਉ। ਰਾਤ ਅਤੇ ਦਿਨ ਵੀ ਬਣਾਏ ਨੇ, ਜਾਂ ਰਾਤ ਦਾ ਅੰਤ ਸਵੇਰ ਤੇ ਦਿਨ ਦਾ ਅੰਤ ਸ਼ਾਮ। ਕਿਉਂ? ਰਾਤ ਦਿਨ ਸਵੇਰ ਤੇ ਸ਼ਾਮ ਬਣਾਏ ਹਨ। ਫਿਰ ਜੀਵਾਂ ਅੰਦਰ ਡਰ ਤੇ ਪ੍ਰੇਮ ਪੈਦਾ ਕੀਤਾ। ਐਸਾ ਪਰਮਾਤਮਾ ਦਾ ਭਾਵ ਤੇ ਪ੍ਰੇਮ ਮਨ ਵਿੱਚ ਧਾਰਨ ਕਰਨਾ ਕਰੋ ਭਾਈ। ਜਿਨ ਕੀਏ ਕਰ ਵੇਖਣ ਹਾਰਾ। ਜਿਸ ਪਰਮਾਤਮਾ ਨੇ ਸਾਰੇ ਜੀਵ ਪੈਦਾ ਕੀਤੇ, ਉਹੀ ਪਾਲਣਾ ਕਰਕੇ ਸਭ ਦੇ ਕਰਤੱਵਾਂ ਨੂੰ ਵੇਖਣ ਵਾਲਾ ਹੈ। ਅਵਰ ਨਾ ਦੂਜਾ ਸਿਰਜਣ ਹਾਰਾ। ਜਿਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਦੂਜਾ ਰਚਨਹਾਰ ਨਹੀਂ ਹੈ। ਰਚਨਾ ਸਾਚ ਬਣੀ ਤੇ ਸਭ ਕਾ ਅਗਮ ਧਨੀ। ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸ਼ਾ। ਤੀਜ ਥਿਤ ਦੁਆਰਾ ਕਥਨ ਕਰਦੇ ਕਿ ਪ੍ਰਮਾਤਮਾ ਨੇ ਰਜੋਗੁਣੀ ਬ੍ਰਹਮਾ, ਸਦੋਗੁਣੀ ਵਿਸ਼ਨੂੰ, ਤਮੋਗੁਣੀ ਸ਼ਿਵਜੀ ਪੈਦਾ ਕੀਤਾ ਹੈ। ਦੇਵੀ ਦੇਵ ਉਪਾਏ ਵੇਸਾ। ਫਿਰ ਦੇਵੀਆਂ ਤੇ ਦੇਵਤੇ ਭਿੰਨ ਭਿੰਨ ਲਿਬਾਸ ਵਾਲੇ ਪੈਦਾ ਕੀਤੇ ਹਨ। ਜੋਤੀ ਜਾਤੀ ਗਣਤ ਨ ਆਵੈ। ਪ੍ਰਕਾਸ਼ ਰੂਪ ਪ੍ਰਭੂ ਦੀ ਪੈਦਾ ਕੀਤੀ ਸ੍ਰਿਸ਼ਟੀ ਦੀ ਕੋਈ ਗਿਣਤੀ ਨਹੀਂ ਆਉਂਦੀ ਹੈ। ਜਿਨ ਸਾਜੀ ਸੋ ਕੀਮਤ ਪਾਵੈ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਪੈਦਾ ਕੀਤੀ ਹੈ, ਉਹੀ ਪਰਮਾਤਮਾ ਦੀ ਕੀਮਤ ਨੂੰ ਪਾਉਂਦਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਕੀਮਤ ਪਾਏ ਰਹਿਆ ਭਰਪੂਰ। ਇਹ ਭਾਈ ਸਭਨਾ ਜੀਵਾਂ ਦੇ ਕਰਮਾਂ ਧਰਮਾਂ ਦੀ ਕੀਮਤ ਨੂੰ ਪਾ ਕੇ ਉਹ ਪਰਮਾਤਮਾ ਸਭ ਥਾਈਂ ਰਹਿਆ ਭਰਪੂਰ। ਪਹਿਲਾਂ ਪੱਬਾ ਫਿਰ ਪੱਪਾ, ਵਿਆਪਕ ਹੋ ਰਿਹਾ ਹੈ, ਪਰਿਪੂਰਨ ਹੋ ਰਿਹਾ ਹੈ। ਕਿਸ ਨੇੜੇ ਕਿਸ ਆਖਾ ਦੂਰ। ਫਿਰ ਕਿਹਦੇ ਨੇੜੇ ਤੇ ਕਿਹਦੇ ਦੂਰ ਆਖਣਾ ਕਰੀਏ। ਕਿਸੇ ਗੁਰਮੁਖ ਦੇ ਨੇੜੇ ਹੈ ਤੇ ਮਨਮੁਖਾਂ ਤੋਂ ਦੂਰ ਹੈ। ਚੌਥ ਉਪਾਏ ਚਾਰੇ ਬੇਦਾ। ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ। ਇਉਂ ਚੌਥੀ ਥਿਤ ਦੁਆਰਾ ਕਥਨ ਕਰਦੇ ਕਿ ਫਿਰ ਉਸ ਪਰਮਾਤਮਾ ਨੇ ਆਪ ਹੀ ਚਾਰੇ ਵੇਦ ਪੈਦਾ ਕੀਤੇ, ਪਾ ਬ੍ਰਹਮਾ ਨੂੰ ਸਪੁਰਨ ਕਰਾਏ। ਖਾਣੀ ਚਾਰੇ ਬਾਣੀ ਭੇਦਾ। ਚਾਰੇ ਖਾਣੀਆਂ ਅੰਡਜ ਰਸੇਤ ਜਿਤੇ ਉਤਪੁਜ। ਚਾਰੇ ਬਾਣੀਆਂ ਬੈਕਰੀ ਮਧਮ ਪਸੰਤੀ ਤੇ ਭਰਾ, ਇਹ ਭੇਦ ਕੀਤਾ ਹੋਇਆ। ਸਭ ਖਾਣੀਆਂ ਦੇ ਸਭ ਬਾਣੀਆਂ ਵੱਖੋ ਵੱਖ ਹਨ। ਅਸ਼ਟ ਦਸਾ ਖਟ ਤੀਨ ਉਪਾਏ। ਪਰਮਾਤਮਾ ਨੇ 18 ਪੁਰਾਣ, 6 ਸ਼ਾਸਤਰ, 3 ਗੁਣ ਪੈਦਾ ਕੀਤੇ। ਜਾਂ 18 ਪੁਰਾਣ, 6 ਸ਼ਾਸਤਰ ਤੇ ਚਾਰੇ ਵੇਦ ਆਦਿਕ
ਤਿੰਨ ਗੁਣਾਂ ਵਿੱਚ ਹੀ ਪੈਦਾ ਕੀਤੇ, ਜਾਂ 18 ਖਟ ਵਿਕਾਰਾਂ ਵਾਲਾ ਜੀਵ ਤੇ ਤਿੰਨ ਗੁਣ ਪੈਦਾ ਕੀਤੇ ਹਨ। ਸੋ ਬੂਝੈ ਜਿਸ ਆਪ ਬੁਝਾਏ, ਉਹੀ ਇਸ ਭੇਦ ਨੂੰ ਸਮਝਦਾ ਹੈ ਜਿਹਨੂੰ ਪ੍ਰਮਾਤਮਾ ਆਪ ਗੁਰਾਂ ਦੁਆਰਾ ਸਮਝਾਉਂਦਾ ਹੈ। ਤੀਨ ਸਮਾਵੈ ਚੌਥੈ ਵਾਸਾ, ਇਹ ਭਾਈ ਜੋ ਤਿੰਨਾਂ ਗੁਣਾਂ ਨੂੰ ਮੇਟ ਕੇ ਨਿਵਰਤ ਕਰ ਲੈਂਦਾ, ਉਹਦਾ ਚੌਥੀ ਤੁਰੀਆ ਪਦ ਵਿੱਚ ਨਿਵਾਸ ਹੁੰਦਾ ਹੈ। ਜਾਂ ਜੋ ਤਿੰਨ ਭਾਵ ਧਰਮ ਅਰਥ ਤੇ ਕਾਮ ਦੀ ਇੱਛਾ ਨੂੰ ਨਿਵਰਤ ਕਰਦਾ, ਉਹਦਾ ਚੌਥਾ ਮੁਕਤੀ ਚ ਵਾਸਾ ਹੁੰਦਾ ਹੈ। ਇਸੇ ਪ੍ਰਕਾਰ ਤੀਨ ਸਮਾਵੈ ਚੌਥੈ ਵਾਸਾ, ਜੋ ਤਿੰਨ ਭਾਵ ਕਰਮ ਉਪਾਸਨਾ ਦੇ ਗਿਆਨ ਚ ਸਮਾਉਂਦਾ, ਉਹਦਾ ਚੌਥੇ ਭਾਵ ਸਰੂਪ ਦੇ ਵਿੱਚ ਵਾਸਾ ਹੁੰਦਾ ਹੈ। ਇਸੇ ਪ੍ਰਕਾਰ ਤੀਨ ਸਮਾਵੈ ਚੌਥੈ ਵਾਸਾ, ਜੋ ਤਿੰਨ ਭਾਵ ਸ਼ਰਵਣ ਮੰਨਣ ਅਧਿਆਸਨ ਵਿੱਚ ਸਮਾਉਂਦਾ, ਉਹਦਾ ਚੌਥੇ ਭਾਵ ਸਾਖਿਆਤਕਾਰ ਵਿੱਚ ਵਾਸਾ ਹੁੰਦਾ ਹੈ। ਪ੍ਰਣਵਤ ਨਾਨਕ ਹਮ ਤਾਕੇ ਦਾਸਾ, ਸਤਿਗੁਰੂ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਨੇ ਕਿ ਅਸੀਂ ਉਸ ਗੁਰਮੁਖ ਦੇ ਦਾਸ ਸੇਵਕ ਹਾਂ। ਪੰਚਮੀ ਪੰਚ ਭੂਤ ਬੇਤਾਲਾ, ਪੰਜਵੀਂ ਥਿਤ ਦੁਆਰਾ ਉਪਦੇਸ਼ ਫਰਮਾਉਂਦੇ ਕਿ ਪੰਜ ਕਾਮ ਕ੍ਰੋਧ ਆਦਿਕ ਜਿਹੜੇ ਭੂਤ ਵਿਕਾਰਾਂ ਦੇ, ਇਹਦੇ 'ਚ ਜੀਵ ਲੱਗ ਕੇ ਭੂਤਨਾ ਬਣ ਰਿਹਾ ਹੈ, ਬੇਤਾਲਾ ਹੋ ਰਿਹਾ, ਕੋਈ ਤਾਲ ਨਹੀਂ ਇਹਦਾ ਹੈ। ਇਸੇ ਪ੍ਰਕਾਰ ਪੰਚਮੀ ਪੰਚ ਭੂਤ ਬੇਤਾਲਾ, ਪੰਜਾਂ ਤੱਤਾਂ ਦੇ ਰਚਿਤ ਸਰੀਰ ਦੇ ਮੋਹ 'ਚ ਲੱਗਣ ਕਰਕੇ ਜੀਵ ਸਰੂਪ ਰੂਪੀ ਤਾਲ ਤੋਂ ਰਹਿਤ ਹੋ ਰਿਹਾ ਹੈ। ਆਪ ਅਗੋਚਰ ਪੁਰਖ ਨਿਰਾਲਾ, ਪਰਮਾਤਮਾ ਆਪ ਇੰਦਰੀਆਂ ਦੇ ਅਵਿਸ਼ੇ ਪੁਰਖ ਪਰਿਪੂਰਨ ਤੇ ਨਿਰਾਲਾ ਅਸੰਗ ਰਹਿਣ ਵਾਲਾ ਹੈ। ਇੱਕ ਭ੍ਰਮ ਭੂਖੇ ਮੋਹ ਪਿਆਸੇ, ਇੱਕ ਮਨਮੁਖ ਜਿਹੜੇ ਮਨੁੱਖ ਨੇ ਭਰਮ ਕਰਕੇ ਪਦਾਰਥਾਂ ਦੇ ਭੁੱਖੇ ਤੇ ਮੋਹ ਦੇ ਗ੍ਰਸੇ ਹੋਏ, ਆਸਾ ਤ੍ਰਿਸ਼ਨਾ ਦੇ ਧਿਆਏ ਹਨ। ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ, ਇੱਕ ਗੁਰਮੁਖ ਜਨ ਨਾਮ ਰਸ ਨੂੰ ਛਕ ਕੇ ਗੁਰਾਂ ਦੇ ਉਪਦੇਸ਼ ਜੁੜ ਕੇ ਸਭ ਪਦਾਰਥਾਂ ਵੱਲੋਂ ਰੱਜ ਗਏ ਹਨ। ਇੱਕ ਰੰਗ ਰਾਤੇ ਇੱਕ ਮਰ ਧੂਰ, ਇੱਕ ਗੁਰਮੁਖ ਜਨ ਪਰਮਾਤਮਾ ਦੇ ਨਾਮ ਰੰਗ 'ਚ ਰੰਗੇ ਹੋਏ ਤੇ ਇੱਕ ਮਨਮੁਖ ਨਾਮ ਤੋਂ ਬਿਨਾਂ ਮਰ ਕੇ ਖਾਕ ਰੂਪ ਹੋ ਜਾਂਦੇ ਹਨ। ਇੱਕ ਦਰ ਘਰ ਸਾਚੈ ਦੇਖ ਹਦੂਰ, ਇੱਕ ਗੁਰਮੁਖ ਜਨ ਸਤਸੰਗਤ ਰੂਪੀ ਦਰ ਤੇ ਸਰੂਪ ਰੂਪੀ ਘਰ 'ਚ ਸਥਿਤ ਹੋ ਕੇ ਸੱਚੇ ਪ੍ਰਮਾਤਮਾ ਨੂੰ ਆਪਣੇ ਨੇੜੇ ਹੀ ਵੇਖਦੇ, ਭਾਵ ਸਦਾ ਅੰਗ ਸੰਗੀ ਭੰਗੰਗ ਬੇਪੂਤੇ, ਹਮੇਸ਼ਾ ਅੰਗ ਸੰਗ ਸਮਝਦੇ ਹਨ। ਝੂਠੇ ਕਉ ਨਾਹੀ ਪਤ ਨਾਉ, ਝੂਠੇ ਵਚਨ ਬੋਲਣ ਵਾਲੇ ਮਨੁੱਖ ਨੂੰ ਨਾ ਹੀ ਸੱਚੀ ਇੱਜ਼ਤ ਮਿਲਦੀ ਆ, ਕਿਉਂਕਿ ਝੂਠ ਫੜਿਆ ਤਾਂ ਜਾਂਦਾ ਹੀ ਹੈ, ਕਿਤੋਂ ਨਾ ਕਿਤੋਂ ਪਤਾ ਲੱਗ ਜਾਂਦਾ ਕਿ ਇਹਨੇ ਝੂਠ ਬੋਲਿਆ, ਤੇ ਨਾ ਹੀ ਸਤਿਕਾਰਯੋਗ ਨਾਮ ਮਿਲਦਾ ਹੈ। ਝੂਠੇ ਬੰਦੇ ਨੂੰ ਕਿਤੇ ਸਤਿਕਾਰ ਦਾ ਨਾਮ ਨਹੀਂ ਮਿਲਦਾ। ਕਬਹੂ ਨਾ ਸੂਚਾ ਕਾਲਾ ਕਾਉ, ਜਿਵੇਂ ਵਿਸ਼ਰਾ ਖਾਣ ਵਾਲਾ ਕਾਲਾ ਕਾਂ ਕਦੇ ਵੀ ਸੁੱਚਾ ਪਵਿੱਤਰ ਨਹੀਂ ਮੰਨਿਆ ਜਾਂਦਾ, ਤਿਵੇਂ ਕਾਲੇ ਚਿੱਤ ਵਾਲਾ ਜਿਹੜਾ ਦੰਭੀ ਪੁਰਖ ਹੈ, ਨਿੰਦਿਆ ਰੂਪੀ ਵਿਸ਼ਰਾ ਖਾਣ ਕਰਕੇ ਕਦੇ ਵੀ ਪਵਿੱਤਰ ਜੀਵਨ ਵਾਲਾ ਨਹੀਂ ਹੋ ਸਕਦਾ ਹੈ। ਪਿੰਜਰ ਪੰਖੀ ਬੰਧਿਆ ਕੋਏ, ਜਿਵੇਂ ਕੋਈ ਪੰਛੀ ਪਿੰਜਰੇ 'ਚ ਬੰਨਿਆ ਕੈਦ ਕੀਤਾ ਹੋਵੇ, ਛੇਰੀ ਭਰਮੈ ਮੁਕਤ ਨਾ ਹੋਏ, ਤਾਂ ਉਹ ਛੇਕਾਂ 'ਚ ਵਿਚਾਰਾ ਭਰਮਦਾ ਹੋਇਆ ਕਦੇ ਚੁੰਝ ਬਾਹਰ ਕੱਢਦਾ, ਕਦੇ ਪੈਰ ਬਾਹਰ ਕੱਢਦਾ, ਤੇ ਪਰ ਉਹ ਛੁੱਟ ਨਹੀਂ ਸਕਦਾ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਜੀਵ ਪੰਛੀ ਦੀ ਤਰ੍ਹਾਂ ਹੈ। ਪਿੰਜਰ ਪੰਖੀ ਬੰਧਿਆ ਕੋਏ, ਇਹ ਜਿਹੜਾ ਜੀਵ ਰੂਪ ਪੰਛੀ ਹੈ, ਸਰੀਰ ਰੂਪ ਪਿੰਜਰੇ ਦੇ ਵਿੱਚ ਵੱਜਿਆ ਹੋਇਆ, ਜਾਂ ਦੇਹ ਅਭਿਮਾਨ ਰੂਪ ਪਿੰਜਰੇ 'ਚ ਵੱਜਿਆ ਹੋਇਆ ਹੈ, ਜੋ ਕਿ ਇੰਦਰੀਆਂ ਰੂਪ ਮਹਾਰਾਜ ਕਹਿੰਦੇ ਨੇ। ਛੇਰੀ ਭਰਮੈ ਮੁਕਤ ਨਾ ਹੋਏ, ਇੰਦਰੀਆਂ ਰੂਪ ਛੇਕਾਂ ਨਾਲ ਭਰਮਦਾ ਰਹਿੰਦਾ,
ਭਾਵ ਕਦੇ ਕੰਨਾਂ ਨਾਲ ਕੁਝ ਸੁਣ ਲਿਆ, ਕਦੇ ਅੱਖਾਂ ਨਾਲ ਕੁਝ ਵੇਖ ਲਿਆ, ਪਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇੰਜ ਇਸੇ ਤਰ੍ਹਾਂ ਸ਼ੇਰੀ ਛੇਰੀ ਭਰਮੈ ਮੁਕਤ ਨਾ ਹੋਏ। ਛੇਲੀ ਭਾਵ ਬੱਕਰੀ ਵਾਂਗ ਸੰਸਾਰ ਰੂਪ ਜੰਗਲ 'ਚ ਵਿਸ਼ਾ ਰੂਪ ਘਾਹ ਚਰਨ ਕਰਕੇ ਮੁਕਤ ਨਹੀਂ ਹੁੰਦਾ। ਇਸੇ ਤਰ੍ਹਾਂ ਸ਼ੇਰੀ ਛੇਰੀ ਭਰਮੈ ਮੁਕਤ ਨਾ ਹੋਏ। ਸ਼ੇਰੀ ਰੀ ਹੈ ਸਕੀ ਜੀਵ ਛੇ ਵਿਕਾਰਾਂ ਵਿੱਚ ਇਹ ਛੇ ਸ਼ਾਸਤਰਾਂ ਦੀ ਕਰਮ ਕਾਂਡਾਂ 'ਚ ਭਰਮਦਾ ਰਹਿੰਦਾ, ਜਿਸ ਕਰਕੇ ਮੁਕਤ ਨਹੀਂ ਹੁੰਦਾ। ਤਉ ਛੂਟੈ ਜਾ ਖਸਮ ਛਡਾਏ। ਇਹ ਭਾਈ ਇਹ ਜੀਵ ਤਾਂ ਹੀ ਬੰਧਨਾਂ ਤੋਂ ਛੁੱਟ ਸਕਦਾ ਜਦ ਮਾਲਕ ਪਰਮਾਤਮਾ ਆਪ ਇਹਨੂੰ ਛਡਾਉਣਾ ਕਰੇਗਾ। ਗੁਰਮਤ ਮੇਲੇ ਭਗਤ ਦ੍ਰਿੜਾਏ। ਪ੍ਰਭੂ ਗੁਰੂ ਦੀ ਸਿੱਖਿਆ ਨਾਲ ਮੇਲ ਕੇ ਆਪਣੀ ਭਗਤੀ ਦ੍ਰਿੜ ਕਰਾਉਂਦਾ, ਪਰਪੱਕ ਕਰਵਾਉਂਦਾ ਹੈ। ਇੱਥੇ ਸਾਧ ਸੰਗਤ ਜੀਓ 5 ਤਾਰੀਖਾਂ ਦੀ ਕਥਾ ਵਿਚਾਰ ਸੰਪੂਰਨ ਹੋਈ ਹੈ। ਬਾਕੀ 10 ਤਾਰੀਖਾਂ ਦੀ ਕਥਾ ਵਿਚਾਰ ਉਹ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਿਓ ਜੀ। ਭੁੱਲਾਂ ਚੁੱਕਾਂ ਆਪ ਨੇ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਅੱਜ 10 ਵਜੇ ਤੋਂ ਲੈ ਕੇ ਰਾਤ ਦੇ ਸਮਝ ਲਓ ਕਿ 12 ਵਜੇ ਤੱਕ ਜਾਂ 12:05-10 ਤੱਕ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ ਪ੍ਰਬੰਧਕ ਕਮੇਟੀ ਵੱਲੋਂ। ਮੇਰਾ ਸਮਾਂ ਫਿਰ 11 ਤੋਂ 12 ਹੈ। ਆਪਨੇ ਸਮੇਂ ਮੁਤਾਬਕ ਜਿਵੇਂ ਆਪ ਨੂੰ ਸਮਾਂ ਮਿਲੇ ਈਸਵੀ ਨਵਾਂ ਸਾਲ ਪ੍ਰਾਰੰਭ ਹੋ ਰਿਹਾ ਹੈ। ਇਸ ਵਾਸਤੇ ਸੰਗਤਾਂ ਗੁਰੂ ਘਰ ਬਹੁਤੀਆਂ ਆਉਂਦੀਆਂ ਨੇ ਤੇ ਪਰ ਅਸੀਂ ਉਹਨਾਂ ਨੂੰ ਇਤਿਹਾਸ ਸੁਣਾਉਣਾ ਸਾਹਿਬਜ਼ਾਦਿਆਂ ਦਾ। ਸੰਗਤਾਂ ਕਿਸ ਬਹਾਨੇ ਆਉਣ, ਮੋਸਟ ਵੈਲਕਮ ਜੀਓ ਆਇਆ। ਭਾਵੇਂ ਮੱਸਿਆ ਨੂੰ ਆਉਣ, ਭਾਵੇਂ ਸੰਗਰਾਂਦ ਨੂੰ ਆਉਣ, ਤੇ ਭਾਵੇਂ ਦਸਵੀਂ ਨੂੰ ਆਉਣ, ਤੇ ਭਾਵੇਂ ਨਵੇਂ ਸਾਲ 'ਤੇ ਆਉਣ। ਆਪਾਂ ਸੁਣਾਉਣੀ ਬਾਣੀ ਹੋਈ ਹੈ ਇਤਿਹਾਸ ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ, ਗੁਰੂ ਸਾਹਿਬਜ਼ਾਦੇ ਦਾ ਹੀ ਸੁਣਾਉਣਾ ਹੈ। ਇਹ ਜਿਹੜਾ ਦਿਨ ਹੈ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ। ਅਰਦਾਸ ਵੀ ਇਹੀ ਹੋਏਗੀ। ਆਓ ਵੈਲਕਮ ਜੀਓ ਆਇਆਂ ਨੂੰ। ਨਵਾਂ ਸਾਲ ਜਵਾਬ ਮੰਨ ਦਿਓ। ਜੇ ਗੁਰੂ ਘਰ ਪ੍ਰਾਰੰਭ ਹੋ ਗਿਆ ਤਾਂ ਸਮਝ ਲਓ ਚੜ੍ਹਦੀ ਕਲਾ ਹੈ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਭੁੱਲਾਂ ਚੁੱਕਾਂ ਖਿਮਾ ਕਰੋ ਜੀ। ਪਿੰਜਰ ਪੰਖੀ ਬੰਦਿਆ ਕੋਏ। ਛੇਰੀ ਭਰਮੈ ਮੁਕਤ ਨਾ ਹੋਏ। ਤਉ ਛੂਟੈ ਜਾਂ ਖਸਮ ਛਡਾਏ। ਗੁਰਮਤਿ ਮੇਲੇ ਭਗਤ ਦ੍ਰਿੜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਦਾਈਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆ। ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਾਰਣਾ। ਸਭਨਾ ਕਰਨਾ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ